ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ। ਖਬਰਾਂ ਜਿਹੜੀਆਂ ਨੇ ਅੱਜ ਬਹੁਤ ਸਾਰੀਆਂ ਹੈਗੀਆਂ ਨੇ ਤੇ ਨਾਲੋਂ ਨਾਲ ਜਿਹੜੀਆਂ ਖਬਰਾਂ ਉਹਨਾਂ ਦਾ ਜ਼ਿਕਰ ਤੇ ਕਰਾਂਗੇ ਨਾਲ ਐਨਾਲਿਸਿਸ ਕਰਾਂਗੇ। ਕੱਲ ਇੱਕ ਛੁੱਟੀ ਹੋ ਗਈ, ਕਿਤੇ ਬਾਹਰ ਫਸ ਗਈ ਸੀ ਮੈਂ, ਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੈਨੀਪਾਲ ਸਾਹਿਬ ਨੇ ਡਿਊਟੀ ਲਾਈ ਹੋਈ ਹੈਗੀ ਆ ਕਿ ਖਬਰਾਂ ਜਿਹੜੀਆਂ ਨੇ ਉਹ ਮਿਸ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਸੋ ਅੱਜ ਦਾ ਸਿਲਸਿਲਾ ਜਿਹੜਾ ਹੈ ਉਹੀ ਰਹੇਗਾ। ਠੰਡ ਜਿਹੜੀ ਹੈ ਉਹ ਤੇ ਵੱਧ ਗਈ ਹੈਗੀ ਆ, ਪਰ ਮੇਨ ਗੱਲ ਇਹ ਆ ਕਿ ਜਿਹੜੀ ਫੌਗ ਆ, ਧੁੰਦ ਆ, ਧੜ ਐਕਸੀਡੈਂਟਸ ਹੋ ਰਹੇ ਨੇ। ਅੱਜ 8 ਲਗਜ਼ਰੀ ਗੱਡੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਠਾ 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 ਕਰਕੇ ਨਾ ਟਕਰਾ ਗਈਆਂ। ਸੋ ਉਹ ਵੀ ਤਸਵੀਰਾਂ ਜਿਹੜੀਆਂ ਨੇ ਅੱਜ ਚਰਚਾ ਦਾ ਵਿਸ਼ਾ ਰਹੀਆਂ। ਤੇ ਅਸੀਂ ਅਕਸਰ ਇਹ ਕਹਿੰਦੇ ਆ ਕਿ ਰਫ਼ਤਾਰ ਇੱਥੇ ਧੀਮੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਲੋਕ ਸਮਝਦੇ ਨਹੀਂ ਹੈਗੇ। ਅੱਛਾ, ਫਿਰ ਇੱਕ ਗੱਲ ਨਾ ਬੜੀ ਅਜੀਬ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਆਉਂਦੇ ਆ, ਚੰਡੀਗੜ੍ਹ ਦੇ ਵਿੱਚ ਆਉਂਦੇ ਹੀ ਉਹਨਾਂ ਦੀ ਸਪੀਡ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈਗੀ ਹੈ, ਕਿਉਂਕਿ ਚੰਡੀਗੜ੍ਹ ਜਿੱਥੇ ਤੁਸੀਂ 60 ਦੀ ਸਪੀਡ ਤੋਂ ਉੱਪਰ ਟੱਪਦੇ ਹੈਗੇ ਹੋ, ਉੱਥੇ ਹੀ ਤੁਹਾਡੇ ਘਰ ਚਲਾਨ ਜਿਹੜਾ ਹੈ ਪਹੁੰਚ ਜਾਂਦਾ ਹੈਗਾ। ਠੀਕ ਹੈ, ਜਿਵੇਂ ਕਿ ਇਹ ਨੇਮ ਹੈਗਾ। ਤੇ ਪੰਜਾਬ 'ਚ ਇਦਾਂ ਹੁੰਦਾ ਨਹੀਂ, ਤਾਂ ਕਰਕੇ ਉੱਥੇ ਸਪੀਡਾਂ ਜਿਹੜੀਆਂ ਨੇ ਉਹ ਚੱਕੀ ਫਿਰਦੇ ਨੇ ਤੇ ਫਿਰ ਚਲਾਨ ਜਿਹੜੇ ਨੇ ਉਹ ਹੋ ਜਾਂਦੇ ਹੈਗੇ ਆ। ਸੋ ਅਜਿਹੇ ਵਿੱਚ ਜਿਹੜਾ ਮੌਸਮ ਹੈ ਉਹਨੇ ਤੇ ਫਿਰ ਆਪਣੀਆਂ ਮਨਮਰਜ਼ੀਆਂ ਕਰਨੀਆਂ ਨੇ ਉਹ ਤੇ, ਕਿਉਂਕਿ ਜੇ ਮੌਸਮ ਦੇ ਹਿਸਾਬ ਨਾਲ ਅਸੀਂ ਨਹੀਂ ਚੱਲਾਂਗੇ ਤੇ ਸਾਡੇ ਹਿਸਾਬ ਨਾਲ ਤੇ ਮੌਸਮ ਚੱਲਣੋਂ ਰਿਹਾ। ਸੋ ਥੋੜਾ ਧਿਆਨ ਰੱਖਣ ਦੀ ਲੋੜ ਹੈਗੀ ਆ। ਬਾਕੀ ਅੱਜ ਦੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਸ ਤੇ ਡਿਸਕਸ਼ਨਸ ਹੋਣਗੀਆਂ। ਇੱਥੇ ਪੰਜਾਬ ਦਾ ਮਾਹੌਲ ਚਾਲ ਜਿਹੜਾ ਹੈ ਤੁਹਾਨੂੰ ਦੱਸਦੇ ਰਹੀਦਾ ਆ, ਕਿਉਂਕਿ ਇੱਥੇ ਸਿਆਸਤਾਂ ਵਿੱਚ ਬਹੁਤ ਕੁਝ ਹੋ ਜਾਂਦਾ ਆ ਤੇ ਕ੍ਰਿਮੀਨਲ ਸਾਈਕੋਲੋਜੀ ਜਿਹੜੀ ਆ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਹਾਲਾਂਕਿ ਰਿਪੋਰਟ ਆਈ ਸੀ ਕਿ ਜੀ ਪੰਜਾਬ ਦਾ ਕ੍ਰਾਈਮ ਗ੍ਰਾਫ ਜਿਹੜਾ ਹੈ ਬਹੁਤ ਜ਼ਿਆਦਾ ਘੱਟ ਹੈਗਾ, ਪਰ ਇੱਥੇ ਕ੍ਰਾਈਮ ਕਰਨ ਦੇ ਜਿਹੜੇ ਤਰੀਕੇ ਨੇ ਉਹ ਬੜੇ ਹੀ ਸ਼ਾਤਰ ਹੁੰਦੇ ਜਾ ਰਹੇ ਆ। ਮਤਲਬ ਕਿ 007 ਜੇਮਸ ਬੌਂਡ ਨੂੰ ਵੀ ਅੱਡ ਕਰਕੇ ਰੱਖਿਆ ਹੋਇਆ, ਮਤਲਬ ਅੱਤ ਕੀਤੀ ਹੋਈ ਆ। ਤੇ ਇੱਥੇ ਲਗਾਤਾਰ ਉਹ ਵਾਲੀਆਂ ਖਬਰਾਂ ਜਿਹੜੀਆਂ ਨੇ ਹੈਡਲਾਈਨ ਬਣ ਰਹੀਆਂ ਨੇ, ਜਿਹੜੀਆਂ ਅਸੀਂ ਕਦੇ ਸੋਚੀਆਂ ਵੀ ਨਹੀਂ ਸੀ ਕਿ ਹੈਡਲਾਈਨ ਬਣਨਗੀਆਂ। ਜਦੋਂ ਕਮਰ ਗਰੇਵਾਲ ਨੇ ਗਾਣਾ ਗਾਇਆ ਹੋਣਾ ਮਸਤ ਬਣਾ ਦੇਣਗੇ ਬੀਬਾ, ਤੇ ਰਣਜੀਤ ਬਾਵੇ ਨੇ ਬਹੁਤ ਸੋਹਣੇ ਸੋਹਣੇ ਜਦੋਂ ਗਾਣੇ ਗਾ ਰਿਹਾ ਸਟੇਜ ਤੇ, ਸਾਰੇ ਪਸੰਦ ਕਰਦੇ ਆ, ਦੋਵਾਂ ਨੂੰ ਪਸੰਦ ਕਰਦੇ ਆ। ਮੈਨੂੰ ਪਰਸਨਲੀ ਦੋਵੇਂ ਪਸੰਦ ਹੈਗੇ ਨੇ, ਪਰ ਦੋਵਾਂ ਦੇ ਘਰਾਂ ਤੇ ਵੱਖ-ਵੱਖ ਟਿਕਾਣਿਆਂ ਤੇ ਆਈਟੀ ਰੇਡਸ ਹੋਣਗੀਆਂ, ਐਨਆਈਏ ਵੱਲੋਂ ਪੁੱਛਤਾਛ ਜਿਹੜੀ ਆ ਉਹ ਹੋਏਗੀ, ਇਹ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕਿਉਂਕਿ ਉਹਨਾਂ ਦੇ ਗਾਣੇ ਦੀ ਤਸਵੀਰ ਜਿਹੜੀ ਹੈਗੀ ਆ ਨਾ ਉਹ ਬਹੁਤ ਵਧੀਆ ਹੈਗੀ ਆ। ਉਹ ਉਦਾਂ ਦੇ ਚੱਕਵੇਂ ਜਿਹੇ ਗਾਣੇ ਨਹੀਂ ਹੈਗੇ, ਉਹ ਉਦਾਂ ਦੇ ਗਾਣੇ ਹੈਗੇ ਆ ਕਿ ਜਿਹੜੇ ਸੇਧ ਵੀ ਦਿੰਦੇ ਹੈਗੇ ਆ ਤੇ ਇੰਜੋਏ ਵੀ ਕਰਾਉਂਦੇ ਹੈਗੇ ਆ। ਤੇ ਕਮਰ ਗਰੇਵਾਲ ਨੂੰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ। ਕੋਈ ਕਮਰ ਗਰੇਵਾਲ ਕਹਿ ਦਿੰਦਾ, ਕੋਈ ਕਨਵਰ ਗਰੇਵਾਲ ਕਹਿ ਦਿੰਦਾ, ਹਨਾ। ਤੇ ਇਹਨਾਂ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਨੇ ਤੇ ਰਣਜੀਤ ਬਾਵਾ ਦੀ ਫੈਨ ਫੋਲੋਇੰਗ ਵੀ ਬੜੀ ਜ਼ਬਰਦਸਤ ਹੈਗੀ ਆ। ਸੋ ਇਸ ਦਰਮਿਆਨ ਜਿਹੜੀ ਅਸੀਂ ਖਬਰ ਲਵਾਂਗੇ ਕਿ ਇਹਨਾਂ ਦੇ ਘਰ ਜਿਹੜੀ ਆ, ਘਰਾਂ ਦੇ ਟਿਕਾਣਿਆਂ ਤੇ ਰੇਡਸ ਹੋਈਆਂ ਹੈਗੀਆਂ, ਕੀ ਕੁਝ ਨਿਕਲ ਕੇ ਆਇਆ, ਕੀ ਸੰਬੰਧ ਹੋ ਸਕਦਾ ਹੈ, ਕੀ ਕੁਝ ਖੁਲਾਸਾ ਹੋਇਆ ਇਸ ਬਾਬਤ, ਇਸ ਬਾਰੇ ਜ਼ਿਕਰ ਕਰਾਂਗੇ। ਦੂਜੀ ਖਬਰ ਜਿਹੜੀ ਅਸੀਂ ਲੈਣੀ ਹੈਗੀ ਆ ਉਹ ਆ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਪੰਜਾਬ ਨੂੰ ਵਾਪਸ ਆ ਗਏ ਆ। ਵੈਸੇ ਉਹਨਾਂ ਦੀ ਜਿਹੜੀ ਵਾਪਸੀ ਹੋਈ ਸੀ ਉਹ 15 ਦਸੰਬਰ ਨੂੰ ਹੋ ਗਈ ਸੀ, ਪਰ ਖਬਰਾਂ ਜਿਹੜੀਆਂ ਹੁਣ ਆਈਆਂ, ਮਤਲਬ ਹੁੰਦਾ ਨਾ ਰਿਵੀਲ ਹੋ ਗਿਆ ਹੁਣੇ ਹੁਣੇ ਕਿ ਉਹ ਵਾਪਸ ਆ ਗਏ ਆ ਤੇ ਖਰੜ ਸਥਿਤ ਉਹਨਾਂ ਦੀ ਰਿਹਾਇਸ਼ ਹੈਗੀ ਆ, ਉਹ ਉੱਥੇ ਮੌਜੂਦ ਹੈਗੇ ਨੇ। ਤੇ ਉੱਥੇ ਜਦੋਂ ਆਏ ਹੋਏ ਆ, ਤੁਹਾਨੂੰ ਮੈਂ ਦੱਸਿਆ ਸੀਗਾ ਥੋੜੇ ਦਿਨ ਪਹਿਲਾਂ ਕਿ ਵਿਜੀਲੈਂਸ ਜਿਹੜੀ ਹੈ ਉਹ ਪਿੱਛੇ ਪੈ ਸਕਦੀ ਆ, ਕਿਉਂਕਿ ਭਗਵੰਤ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ ਹਰੀ ਝੰਡੀ ਜਿਹੜੀ ਹੈ ਦੇਤੀ ਸੀ ਵਿਜੀਲੈਂਸ ਨੂੰ ਕਿ ਖੇਡ ਕਿੱਟ ਘਟਾਲਿਆਂ ਦੀ ਜਾਂਚ ਕਰੋ। ਫਿਰ ਨਜਾਇਜ਼ ਮਾਈਨਿੰਗ ਦੇ ਉੱਤੇ ਵੀ ਅੜਿੱਕੇ ਜਿਹੜੇ ਨੇ ਚੜ ਸਕਦੇ ਹੈਗੇ ਨੇ। ਕਹਿੰਦੇ ਵੀ ਪੀਐਚਡੀ ਵਾਲਾ ਕੰਮ ਜਿਹੜਾ ਹੋ ਗਿਆ, ਸੈਲਫ ਡਿਵੈਲਪਮੈਂਟ ਵਾਲਾ ਕੰਮ ਜਿਹੜਾ ਹੈ ਉਹ ਹੋ ਗਿਆ, ਹੁਣ ਵਾਪਸ ਪਰਤੇ ਨੇ ਤੇ ਵਾਪਸ ਪਰਤਦਿਆਂ ਕੀ ਉਹਨਾਂ ਵਾਸਤੇ ਮੁਸ਼ਕਲਾਂ ਨੇ ਤੇ ਵਾਪਸ ਪਰਤਦਿਆਂ ਹੀ ਉਹ ਕਿਹੜਾ ਕੰਮ ਉਹਨਾਂ ਨੇ ਖਾਸ ਕੀਤਾ, ਇਹ ਵੀ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਜ਼ਰੂਰ ਰੱਖਾਂਗੇ। ਤੇ ਤੀਜੀ ਖਬਰ ਜਿਹੜੀ ਹੋਣ ਵਾਲੀ ਹੈਗੀ ਆ ਉਹ ਹੈਗੀ ਆ ਕਿ ਜਗਦੀਸ਼ ਟਾਈਟਲਰ ਨਾਂ ਸੁਣਦਿਆਂ ਹੀ ਬਹੁਤ ਸਾਰੇ ਸਿੱਖਾਂ ਦਾ ਖੂਨ ਜਿਹੜਾ ਹੈ ਉਹ ਖੌਲਣਾ ਸ਼ੁਰੂ ਹੋ ਜਾਂਦਾ ਹੈ। ਉਹ ਬੰਦਾ ਕਹਿੰਦਾ ਆ ਵੀ ਮੇਰੇ ਖਿਲਾਫ ਤਾਂ ਕੋਈ FIR ਹੀ ਨਹੀਂ ਹੈਗੀ 84 ਦੇ ਕੇਸ ਦੇ ਵਿੱਚ। ਸੋ ਕੀ ਇਹ ਬਿਆਨ ਹੈ, ਕਿਉਂ ਇਹ ਬਿਆਨ ਹੈ, ਇਸ ਤੇ ਵੀ ਚਰਚਾ ਜਿਹੜੀ ਹੈ ਉਹ ਕਰਨੀ ਬਣਦੀ ਹੈਗੀ ਆ। ਉਸ ਤੋਂ ਬਾਅਦ ਜ਼ੀਰਾ ਪ੍ਰਦਰਸ਼ਨ ਜਿਵੇਂ ਦਾ ਹੋ ਰਿਹਾ ਨਾ ਹੁਣ, ਉਹ ਹਾਲਾਤ ਦੇਖ ਕੇ ਹੁਣ ਡਰ ਲੱਗਣਾ ਸ਼ੁਰੂ ਹੋ ਗਿਆ ਤੇ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਪਤਾ ਨਹੀਂ ਕਦੋਂ ਇਹ ਸਭ ਜਿਹੜਾ ਹੈ ਉਹ ਠੀਕ ਹੋਊਗਾ, ਕਿਉਂਕਿ ਇਹ ਸਾਰਾ ਕੁਝ ਠੀਕ ਹੋਣਾ ਜ਼ਰੂਰੀ ਹੈ। ਅਦਰਵਾਈਜ਼ ਸਿਚੁਏਸ਼ਨ ਜਿਹੜੀ ਹੈ ਉਹ
ਬਾਹਰ ਹੱਥੋਂ ਬਾਹਰ ਜਿਹੜੀ ਆ ਉਹ ਨਿਕਲਦੀ ਜਾ ਰਹੀ ਹੈਗੀ ਆ। ਸੋ ਰੋਜ਼-ਰੋਜ਼ ਲਾਠੀ ਚਾਰਜ ਹੋਣੇ, ਰੋਜ਼-ਰੋਜ਼ ਪੱਗਾਂ ਲੱਥਣੀਆਂ, ਰੋਜ਼-ਰੋਜ਼ ਇਹ ਟੈਨਸ਼ਨ ਹੋਣੀ, ਤਣਾਅ ਹੋਣਾ, ਇਹ ਕੋਈ ਮਤਲਬ ਇਹ ਸੁਧਾਰਨ ਵਾਲਾ ਕੰਮ ਹੈਗਾ ਹੁਣ ਕਿ ਕੋਈ ਸੋਲੂਸ਼ਨ ਜਿਹੜਾ ਹੈ ਫਟਾਫਟ ਨਿਕਲ ਜਾਏ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਮਾੜੀ ਖਬਰ ਆਏ ਜਿਹੜੀ ਕਿ ਸਾਨੂੰ ਦੱਸਣੀ ਪਏ ਜਾਂ ਦੇਖਣ ਦਾ ਵੀ ਦਿਲ ਨਾ ਕਰੇ, ਜਿਹਦੇ ਨਾਲ ਕਿ ਹਿਰਦੇ ਵਲੂੰਦਰੇ ਜਾਣ। ਰੱਬ ਨਾ ਕਰੇ ਕਿ ਕੁਝ ਅਜਿਹਾ ਹੋਏ, ਪਰ ਇਹ ਤਣਾਅ ਨੂੰ ਹੁਣ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋਇਆ ਪਿਆ। ਤੇ ਹੁਣ ਜਿਹੜੀ ਬਾਕੀ ਜਿਹੜੀ ਖਬਰ ਹੈਗੀ ਆ, ਲਤੀਫਪੁਰਾ ਕੇਂਦਰ ਪਹੁੰਚ ਗਿਆ ਜੀ। ਲਤੀਫਪੁਰਾ ਕੇਂਦਰ ਪਹੁੰਚਿਆ, ਕੇਂਦਰ ਦਾ ਕਿਹੜਾ ਬੰਦਾ ਪਹੁੰਚਿਆ ਹੈਗਾ, ਕੀ ਕਿਹਾ ਕਿ ਢਾਏ ਹੋਏ ਆਸ਼ਿਆਨਿਆਂ ਦਾ ਹੁਣ ਕੀ ਕਰਨਾ ਹੈਗਾ, ਲੋਕਾਂ ਨੂੰ ਕਿੱਦਾਂ ਇਨਸਾਫ ਮਿਲਣਾ ਹੈਗਾ, ਮਿਲਣਾ ਇਨਸਾਫ ਜਾਂ ਨਹੀਂ ਮਿਲਣਾ, ਇਹ ਵੀ ਦੇਖਣਾ ਆ। ਤੇ ਕੇਂਦਰ ਪਹੁੰਚਿਆ, ਕੌਣ ਪਹੁੰਚਿਆ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਅੰਮ੍ਰਿਤਸਰ 'ਚ ਪੁੱਤ ਨੇ ਪਿਓ ਨੂੰ ਕਿਡਨੈਪ ਕਰ ਲਿਆ। ਇਹ ਵੀ ਰਿਸ਼ਤਿਆਂ ਦੀ ਇੱਕ ਅਨੋਖੀ ਖੇਡ ਬਾਰੇ ਅੱਜ ਅਸੀਂ ਡਿਸਕਸ ਕਰਨਾ ਹੈਗਾ। ਸੋ ਸ਼ੁਰੂ ਕਰਦੇ ਹਾਂ ਦ ਬੈਨੀਪਾਲ ਸ਼ੋ। ਸੋ ਜੀ ਸਵੇਰੇ 9:30 ਵਜੇ ਤੋਂ ਰੇਡਾਂ ਦਾ ਸਿਲਸਿਲਾ, ਆਈਟੀ ਰੇਡਸ ਦਾ, ਇਨਕਮ ਟੈਕਸ ਰੇਡਸ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਹ ਸਿਲਸਿਲਾ ਫਿਰ ਦੇਰ ਰਾਤ ਤੱਕ ਰੁਕਣ ਦਾ ਨਾਂ ਨਹੀਂ ਲਿਆ ਉਸਨੇ। ਤੇ ਜਿਹੜੇ ਨਾਮੀ ਸਿੰਗਰਸ ਸਾਡੇ ਤੁਹਾਡੇ ਫੇਵਰੇਟ, ਬਹੁਤਿਆਂ ਦੇ ਹੋਣਗੇ ਬਹੁਤਿਆਂ ਦੇ ਨਹੀਂ ਹੋਣਗੇ, ਕਨਵਰ ਗਰੇਵਾਲ ਤੇ ਨਾਲ ਰਣਜੀਤ ਬਾਵਾ, ਇਹਨਾਂ ਦੋਵਾਂ ਦੇ ਘਰਾਂ ਤੇ ਵੱਖ-ਵੱਖ ਟਿਕਾਣਿਆਂ ਤੇ ਮੋਹਾਲੀ ਵੀ, ਬਠਿੰਡੇ ਵੀ, ਇੱਥੇ ਜਿਹੜੇ ਨੇ ਉਹ ਛਾਪੇ ਪਏ ਨੇ। ਤੇ ਕੀ ਕੁਝ ਮਿਲਿਆ ਅਜੇ ਇਸ ਬਾਬਤ ਕੁਝ ਦੱਸਿਆ ਤਾਂ ਨਹੀਂ, ਪਰ ਜਾਂਚ ਜਿਹੜੀ ਹੈ ਉਹ ਬੜੀ ਤਿੱਖੀ ਕੀਤੀ ਜਾ ਰਹੀ ਹੈਗੀ ਆ। ਤਿੱਖੀ ਮੈਂ ਤਾਂ ਕਰਕੇ ਕਹਿ ਰਹੀ ਹਾਂ ਕਿ ਘਰ ਦੇ ਅੰਦਰ ਈਵਨ ਜੀ ਵੀ ਡੱਕ ਲਏ ਗਏ, ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ, ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਨਾਲ CRPF ਜਿਹੜੀ ਸੀ ਉਹ ਵੀ ਮੌਜੂਦ ਹੈਗੀ ਸੀ। ਸੋ ਫੋਰਸਿਸ ਦੇ ਨਾਲ ਪਹੁੰਚੇ ਹੋਏ ਸੀ। ਨਾਲ ਇੱਕ ਗੱਡੀ ਵੀ ਦੇਖੀ ਗਈ, ਜਦੋਂ ਕਨਵਰ ਗਰੇਵਾਲ ਦੇ ਘਰ ਆਪਾਂ ਬਾਹਰ ਗਏ ਤੇ ਗੱਡੀ ਵੀ ਦੇਖੀ ਗਈ ਜਿਸ ਦੇ ਉੱਤੇ ਭਾਰਤ ਸਰਕਾਰ ਦਾ ਸਟicker ਲੱਗਿਆ ਹੋਇਆ ਸੀ, ਪਰ ਕੋਈ ਵੀ ਇਸ ਬਾਬਤ ਕੁਝ ਬੋਲਣ ਨੂੰ ਤਿਆਰ ਨਹੀਂ ਸੀ। ਹੁਣ NIA ਵੀ ਜਿਹੜੀ ਹੈ ਇਹ ਬੈਕਡ੍ਰੌਪ ਹੈਗੀ ਆ, ਕਿਉਂਕਿ NIA ਵੱਲੋਂ ਵੀ ਸਵਾਲ ਜਵਾਬ ਕਹਿੰਦੇ ਆ ਵੀ ਕੀਤੇ ਗਏ ਨੇ ਕਨਵਰ ਗਰੇਵਾਲ ਵੱਲੋਂ, ਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਾਲ ਲਿੰਕ ਰੱਖਦੇ ਹੋਏ ਸਵਾਲ ਜਵਾਬ ਵੀ ਕੀਤੇ ਗਏ ਹੋ ਸਕਦੇ ਨੇ। ਹਾਲਾਂਕਿ ਇਸ ਦੀ ਕੋਈ ਆਫੀਸ਼ੀਅਲ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਆਈ, ਪਰ ਜੋ ਕਿਹਾ ਜਾ ਰਿਹਾ ਹੈ, ਜੋ ਹਵਾਵਾਂ ਨੇ, ਜੋ ਸੂਤਰ ਦੱਸ ਰਹੇ ਨੇ, ਤੇ ਇਦਾਂ ਵੀ ਹੋ ਸਕਦਾ ਹੈਗਾ। ਹਾਲਾਂਕਿ ਜਿਹੜੀ ਇਨਕਮ ਟੈਕਸ ਰੇਡ ਆ ਉਹਦੇ ਇਨਕਮ ਦਾ ਬਿਊਰਾ, ਕਿ ਕੁਝ ਟੈਕਸ ਲੁਕਾਇਆ ਹੋਵੇ, ਨਾ ਦਿੱਤਾ ਹੋਵੇ, ਜਾਂ ਕੋਈ ਇਦਾਂ ਦੀ ਟੈਕਸ ਚੋਰੀ ਕੀਤੀ ਗਈ ਹੋਵੇ, ਇਦਾਂ, ਜਾਂ ਫਿਰ ਆਪਣੀ ਇਨਕਮ ਜਿਹੜੀ ਲੁਕਾਉਣਾ ਉਹ ਵੀ ਅਪਰਾਧ ਹੁੰਦਾ। ਸੋ ਇਹ ਵਾਲੇ ਜਿਹੜੇ ਕੰਟੈਕਸਟ ਦੇ ਵਿੱਚ ਰੇਟਸ ਜਿਹੜੀਆਂ ਨੇ ਹੋਈਆਂ ਉਹ ਵੱਖਰੀ ਗੱਲ ਹੈ, ਪਰ ਜਿਹੜੀ NIA ਦਾ ਬੈਕਡ੍ਰੌਪ ਹੈ ਉਹ ਡਿਫਰੈਂਟ ਬੈਕਡ੍ਰੌਪ ਹੁੰਦਾ ਹੈਗਾ। ਇਸ ਦੀ ਜਾਂਚ ਜਿਹੜੀ ਹੈ, ਸਵਾਲ ਜਵਾਬ ਜਿਹੜੇ ਨੇ ਉਹ ਵੱਖਰੇ ਤਰੀਕੇ ਨਾਲ ਹੁੰਦੇ ਹੈਗੇ। ਸੋ ਉਹ ਵੀ ਬੈਕਡ੍ਰੌਪ ਜਿਹੜਾ ਹੈ ਨਿਕਲ ਕੇ ਵਿੱਚ ਜਿਹੜਾ ਸਾਹਮਣੇ ਆ ਰਿਹਾ ਹੈਗਾ। ਸੋ ਇਨਕਮ ਟੈਕਸ ਵੀ, NIA ਵੀ। ਸੋ ਸਿੰਗਰਸ ਜਿਹੜੇ ਨੇ ਅੜਿੱਕੇ ਚੜੇ ਹੋਏ ਹੈਗੇ ਆ, ਮਿਊਜ਼ਿਕ ਇੰਡਸਟਰੀ ਦੇ ਵੱਖ-ਵੱਖ ਨਾਂ ਜਿਹੜੇ ਆ ਸਾਹਮਣੇ ਆ ਰਹੇ ਹੈਗੇ ਆ। ਤੇ ਸਿੱਧੂ ਮੂਸੇਵਾਲੇ ਦਾ ਨਾਂ ਅਕਸਰ ਜਿਹੜਾ ਹੈ ਇਸ ਸਭ ਦੇ ਨਾਲ ਜੋੜਿਆ ਜਾਂਦਾ। ਉਸ ਦਾ ਕਾਰਨ ਇਹ ਹੈਗਾ ਕਿਉਂਕਿ ਜਦੋਂ ਏਜੰਸੀਆਂ ਜਾਂਚ ਕਰਦੀਆਂ ਨੇ ਤੇ ਬਹੁਤ ਕੁਝ ਜਿਹੜਾ ਹੈ ਇਸ ਮੁਤਲਕ ਵੀ ਨਿਕਲ ਕੇ ਸਾਹਮਣੇ ਆ ਸਕਦਾ, ਭਾਵੇਂ ਉਹ ਪੈਸੇ ਨਾਲ ਜੁੜੀ ਗੱਲ ਹੋਵੇ, ਭਾਵੇਂ ਉਹ ਗੈਂਗਸਟਰਵਾਦ ਨਾਲ ਜੁੜੀ ਗੱਲ ਹੋਵੇ, ਬਹੁਤ ਕੁਝ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ। ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਉਸ ਨਾਲ ਮੁਤਲਕ ਕੁਝ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਉਸ ਨਾਲ ਮੁਤਲਕ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ। ਸੋ ਕੀ ਕੁਝ ਰਿਹਾ ਖਾਸ ਤੁਹਾਨੂੰ ਦੱਸ ਦਿੰਦੇ ਹੈਗੇ ਆ। ਤੁਹਾਨੂੰ ਪਤਾ ਹੀ ਕਿ ਜਿਹੜੇ ਕਨਵਰ ਗਰੇਵਾਲ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਕੀ ਕੁਝ ਕੀਤਾ, ਤੇ ਰਣਜੀਤ ਬਾਵਾ ਵੀ ਜਿਹੜੇ ਨੇ ਉਹ ਆਪਣੇ ਗਾਣਿਆਂ ਲਈ ਬੇਹੱਦ ਪ੍ਰਸਿੱਧ ਹੈਗੇ ਨੇ। ਜਦੋਂ ਹਾਲਾਂਕਿ ਕਨਵਰ ਗਰੇਵਾਲ ਦਾ ਉਹ ਗਾਣਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਤੇ ਹੈਗਾ ਸੀ, ਉਸਨੂੰ ਬੈਨ ਵੀ ਕੀਤਾ ਗਿਆ, ਤੇ ਰਣਜੀਤ ਬਾਵਾ ਦੇ ਗਾਣੇ ਦਾ ਟੈਕਸਚਰ ਵੀ ਜਿਹੜਾ ਹੈ ਉਸੇ ਤਰ੍ਹਾਂ ਦਾ ਹੈਗਾ ਜਿਸ ਤਰ੍ਹਾਂ ਉਹ ਗੱਲ ਕਰਦੇ ਨੇ ਤੇ ਜਿਸ ਤਰ੍ਹਾਂ ਦੇ ਉਹਨਾਂ ਦੇ ਗਾਣੇ ਹੈਗੇ ਆ। ਸੋ ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਦੋਂ ਕਨਵਰ ਗਰੇਵਾਲ ਦੇ ਘਰ ਪਹੁੰਚੇ ਤੇ ਇਸ ਦੌਰਾਨ CRPF ਦੇ ਜਵਾਨ ਦੀ ਟੀਮ ਜਿਹੜੀ ਪੂਰੀ ਦੀ ਪੂਰੀ ਨਾਲ ਮੌਜੂਦ ਹੈਗੀ ਸੀ, ਤੇ ਕਿਸੇ ਨੂੰ ਵੀ ਗਰੇਵਾਲ ਦੇ ਘਰ ਦੀ ਸਾਈਡ ਤੋਂ ਗੁਜ਼ਰਨ ਦੀ ਵੀ ਇਜਾਜ਼ਤ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਸੀ। ਤੇ ਨਾਲੋਂ ਨਾਲ ਇਸ ਦੌਰਾਨ ਦਿੱਲੀ ਨੰਬਰ ਦੀ ਇੱਕ ਗੱਡੀ ਵੀ ਆਈ ਹੋਈ ਸੀ ਜਿਸ ਤੇ ਭਾਰਤ ਸਰਕਾਰ ਦਾ ਸਟicker ਲੱਗਿਆ ਹੋਇਆ ਸੀ, ਤੇ ਦੋਵੇਂ ਥਾਈਂ ਰੇਡ ਹੋਈ ਹੈ। ਕਰੀਬ 30 ਮੁਲਾਜ਼ਮ ਜਿਹੜੇ ਨੇ ਉਹ ਸ਼ਾਮਲ ਦੱਸੇ ਜਾਂਦੇ ਨੇ ਕਿ 30 ਮੁਲਾਜ਼ਮ ਇਸ ਦਰਮਿਆਨ ਸ਼ਾਮਲ ਸੀਗੇ, ਤੇ ਟੀਮ ਵਿੱਚ ਸ਼ਾਮਲ ਲੋਕ ਕਿਸੇ ਨਾਲ ਗੱਲ ਕਰ ਰਹੇ ਸੀ ਕਿ ਅਜੇ ਰੇਡ ਚੱਲ ਰਹੀ ਹੈ। ਇਸ ਤੋਂ ਪਹਿਲਾਂ IT ਵਿਭਾਗ ਦੀ ਟੀਮ ਨੇ ਵਾਰਡ ਸਥਿਤ ਇੱਕ ਨਾਮੀ ਬਿਲਡਰ ਤੇ ਅਕਾਲੀ ਦੇ ਘਰ ਜਿਹੜੀ ਆ ਦਬਿਸ਼ ਦਿੱਤੀ ਸੀਗੀ, ਤੁਹਾਨੂੰ ਉਹ ਵੀ ਖਬਰ ਜਿਹੜੀ ਆ ਉਹ ਦਿੱਤੀ ਸੀਗੀ। ਸੋ ਬਠਿੰਡਾ ਸਥਿਤ ਜਿਹੜਾ ਜੱਦੀ ਘਰ ਹੈਗਾ ਉਸਨੂੰ ਵੀ NIA ਨੇ ਜਿਹੜਾ ਹੈ ਉਹ ਖੰਗਾਲਿਆ ਹੈਗਾ। ਕਨਵਰ ਗਰੇਵਾਲ ਦਾ ਜਿਹੜਾ ਜੱਦੀ ਪਿੰਡ ਹੈਗਾ ਮਹਿਮਾ ਸਵਾਈ,
ਉਸ ਦੇ ਵਿੱਚ ਵੀ NIA ਦੀ ਟੀਮਾਂ ਨੇ ਛਾਪਾ ਮਾਰਿਆ। ਕਈ ਗੱਡੀਆਂ 'ਚ ਸਵਾਰ ਹੋ ਕੇ ਇਹ ਟੀਮਾਂ ਜਿਹੜੀਆਂ ਉਹਨਾਂ ਦੇ ਘਰ ਤੱਕ ਪਹੁੰਚੀਆਂ ਨੇ ਤੇ ਜਦੋਂ ਇਹ ਸਵਾਰੀ ਹੋਈ ਹੈਗੀ ਆ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਿੱਧੀਆਂ ਟੀਮਾਂ ਘਰ ਦੇ ਵਿੱਚ ਦਾਖਲ ਹੋ ਗਈਆਂ, ਸਵਾਲ ਜਵਾਬ ਵੀ ਕੀਤੇ ਗਏ ਨੇ। ਹਾਲਾਂਕਿ ਅਜੇ ਇਸ ਗੱਲ ਦੀ ਕੋਈ ਵੀ ਅਫੀਸ਼ੀਅਲ ਪੁਸ਼ਟੀ ਨਹੀਂ ਆਈ, ਤੁਹਾਨੂੰ ਮੈਂ ਫਿਰ ਕਹਿ ਰਹੀ ਹਾਂ ਕਿ ਸਵਾਲ ਜਵਾਬ ਵੀ ਕੀਤੇ ਗਏ ਨੇ। ਸੋ ਇਸ ਬਾਰੇ ਕਿਸੇ ਵੀ ਅਧਿਕਾਰੀ ਨੇ ਕੋਈ ਖੁਲਾਸਾ ਨਹੀਂ ਕੀਤਾ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੁਝ ਰਿਕਾਰਡਸ ਨੂੰ ਜਾਂਚ ਟੀਮ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ, ਆਪਣੇ ਕਾਬੂ ਦੇ ਵਿੱਚ ਲੈ ਲਿਆ ਹੈਗਾ। ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਕੀ ਕੁਝ ਹੈ, ਉਹ ਅਸੀਂ ਤੁਹਾਨੂੰ ਦੱਸਦੇ ਰਵਾਂਗੇ, ਕਿਉਂਕਿ ਬੱਬੂ ਮਾਨ ਹੋਣ, ਮਨਕੀਰਤ ਔਲਖ ਹੋਣ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਦਾ ਸੰਬੰਧ ਜਿਹੜਾ ਹੈ ਇਹ ਗੈਂਗਸਟਰਵਾਦ ਨਾਲ ਹੈ ਜਾਂ ਕਿਸੇ ਵੀ ਤਰੀਕੇ ਨਾਲ ਇਹ ਦੋਸ਼ੀ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਇੱਕ ਤੋਂ ਬਾਅਦ ਇੱਕ ਸਿੰਗਰ ਦਾ ਜਦੋਂ ਨਾਮ ਆ ਰਿਹਾ ਹੈ, ਕਦੀ IT ਰੇਡਸ ਹੋ ਰਹੀਆਂ ਨੇ, ਕਦੀ NIA ਵਾਲੇ ਛਾਪੇ ਮਾਰ ਰਹੇ ਨੇ, ਤੇ ਕੁਝ ਤੇ ਹੈ ਜਿਹੜਾ ਕਿ ਇਹ ਤਾਰ ਜਿਹੜੇ ਨੇ ਉਹ ਜੁੜੇ ਹੋਏ ਲੱਗਦੇ ਨੇ। ਹੁਣ ਬਾਕੀ ਪਰਤ ਦਰ ਪਰਤ ਜਦੋਂ ਨਿਕਲ ਕੇ ਸਾਹਮਣੇ ਆਏਗੀ, ਉਦੋਂ ਸਾਰੀ ਗੱਲ ਜਦੋਂ ਸਾਹਮਣੇ ਆਏਗੀ ਉਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਫਿਲਹਾਲ ਰੇਡਸ ਦਾ ਸਿਲਸਿਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਤੇ ਕੱਲ ਕਿਸੇ ਨਵੇਂ ਸਿੰਗਰ ਦਾ ਨਾਮ ਵੀ ਇਸ ਦੇ ਵਿੱਚ ਜੋੜਿਆ ਜਾ ਸਕਦਾ ਆ। ਕੋਈ ਹੋਰ ਸਿੰਗਰ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ, ਕੋਈ ਹੋਰ ਨਵੇਂ ਨਾਮ ਵੀ ਨਿਕਲ ਕੇ ਸਾਹਮਣੇ ਜੇ ਆ ਜਾਣ ਤੇ ਇਸ ਦੇ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। ਤੇ ਹੁਣ ਰੁਕ ਕਰਦੇ ਹਾਂ ਜੀ ਦੂਜੀ ਖਬਰ ਦਾ। ਸਾਬਕਾ CM ਚਰਨਜੀਤ ਸਿੰਘ ਚੰਨੀ ਇਜ਼ ਬੈਕ। ਵਾਪਸ ਆ ਗਏ ਨੇ ਉਹ ਪੰਜਾਬ ਦੇ ਵਿੱਚ। ਤੁਹਾਨੂੰ ਇਹ ਵੀ ਦੱਸ ਦਈਏ ਕਿ ਵਾਪਸ ਤਾਂ ਉਹ ਆ ਗਏ ਸੀ 15 ਦਸੰਬਰ ਨੂੰ, ਪਰ ਪਤਾ ਸਾਨੂੰ ਬਾਅਦ ਚ ਲੱਗਿਆ ਤੇ ਹੁਣ ਪਤਾ ਲੱਗਿਆ ਕਿ ਖਰੜ ਸਥਿਤ ਰੈਜ਼ੀਡੈਂਸ ਤੇ ਆਪਣੀ ਮੌਜੂਦ ਹੈਗੇ ਨੇ। ਹੁਣ ਵਾਪਸ ਆ ਗਏ ਨੇ, ਠੀਕ ਆ। PhD ਵਾਲਾ ਕੰਮ ਉਹਨਾਂ ਦਾ ਹੋ ਗਿਆ, ਠੀਕ ਆ। ਮੁੰਡੇ ਨੇ ਕਿਹਾ ਸੀ ਸੈਲਫ ਡਿਵੈਲਪਮੈਂਟ ਤੇ ਕੰਮ ਕਰਨ ਗਏ ਸੀ, ਹੋ ਗਿਆ, ਠੀਕ ਹੈ। ਹੁਣ ਅੱਗੇ ਦੀ ਕਹਾਣੀ ਕੀ? ਅੱਗੇ ਦੀ ਕਹਾਣੀ ਇਹ ਆ ਕਿ ਪ੍ਰਿਯੰਕਾ ਗਾਂਧੀ ਨੂੰ ਮਿਲੇ ਨੇ, ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣਾ ਹੈਗਾ, ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਤਿਆਰੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਆ। ਪਰ ਕੀ CM ਭਗਵੰਤ ਮਾਨ ਉਹਨਾਂ ਨੂੰ ਮਜ਼ਬੂਤ ਹੋਣ ਦੇਣਗੇ? ਕਿਉਂਕਿ ਤੁਹਾਨੂੰ ਦੱਸਿਆ ਸੀਗਾ ਕਿ ਵਿਜੀਲੈਂਸ ਦੀ ਰਡਾਰ ਤੇ ਹੈਗੇ ਨੇ। ਵੈਸੇ ਤਾਂ ਨਜਾਇਜ਼ ਮਾਈਨਿੰਗ ਵਾਲਾ ਮਾਮਲਾ ਵੀ ਹੈਗਾ, ਪਰ ਖੇਡ ਕਿੱਟ ਜਾਂਚ ਘੁਟਾਲੇ ਦੇ ਵਿੱਚ CM ਮਾਨ ਨੇ ਵੀ ਹਰੀ ਝੰਡੀ ਦੇ ਦਿੱਤੀ ਹੈਗੀ ਆ ਕਿ ਇਹ ਤੇ ਹੁਣ ਕਾਰਵਾਈ ਜਿਹੜੀ ਹੈ ਇਹਦੀ ਜਾਂਚ ਜਿਹੜੀ ਆ ਉਹ ਕਰੋ, ਫਿਰ ਜਾਂਚ ਤੋਂ ਬਾਅਦ ਜਿਹੜੀ ਹੈ ਕਾਰਵਾਈ ਹੋਏਗੀ। ਤੇ ਤੁਸੀਂ ਇਹ ਵੀ ਗੱਲ ਜਾਣਦੇ ਹੈਗੇ ਹੋ ਕਿ ਪਹਿਲੇ ਵੀ ਜਿਹੜੇ ਸਾਬਕਾ ਮੁੱਖ ਮੰਤਰੀ ਹੈਗੇ ਨੇ ਉਹ ਰਡਾਰ ਤੇ ਹੈਗੇ ਨੇ ਤੇ ਤੀਜੇ ਹੋਣਗੇ ਵੀ ਜਿਹੜੇ ਰਡਾਰ ਤੇ ਹੋਣਗੇ। ਸੋ ਅਜਿਹੇ ਵਿੱਚ ਜਿਹੜੇ ਖੇਡ ਕਿੱਟ ਘੁਟਾਲਾ ਹੈਗਾ ਸੀ, ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਅਕਾਊਂਟਸ ਦੇ ਵਿੱਚ 3-3 ਹਜ਼ਾਰ ਪਾਏ ਗਏ ਸੀ ਖਿਡਾਰੀਆਂ ਦੇ, ਤੇ ਉਸ ਤੋਂ ਬਾਅਦ ਵਾਪਸ ਵੀ ਮੰਗਾ ਲਏ ਗਏ ਸੀ ਤੇ ਕਿਸੇ ਖਾਸ ਫਰਮ ਨੂੰ ਪਾਉਣ ਲਈ ਵੀ ਕਿਹਾ ਸੀਗਾ ਕਿ ਵੀ ਇਹ ਪੈਸੇ ਜਿਹੜੇ ਕਿਸੇ ਖਾਸ ਫਰਮ ਨੂੰ ਪਾਓ। ਸੋ ਜਦੋਂ ਅਜਿਹਾ ਕੁਝ ਸਾਹਮਣੇ ਆਇਆ ਤਾਂ ਫਿਰ ਉਸ ਵਕਤ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਤੇ ਆਉਣਾ ਜਿਹੜਾ ਹੈ ਇਸ ਦੇ ਵਿੱਚ ਲਾਜ਼ਮੀ ਹੈਗਾ। ਸੋ ਉਹ ਤੇ ਸੈਲਫ ਡਿਵੈਲਪਮੈਂਟ ਕਰਕੇ ਆਏ ਨੇ, ਖੁਦ ਤੇ ਵਰਕ ਕਰਕੇ ਆਏ ਨੇ, ਕਿਉਂਕਿ ਚੋਣਾਂ ਤੋਂ ਬਾਅਦ ਉਹ ਚਲੇ ਗਏ ਸੀ। ਤੁਹਾਨੂੰ ਇਹ ਵੀ ਯਾਦ ਹੈ ਕਿ ਬਾਅਦ ਚ ਮਜੀਠੀਆ ਨੇ ਕਾਫੀ ਪ੍ਰੈਸ ਕਾਨਫਰੰਸਿਸ ਕੀਤੀਆਂ ਕਿ ਜੀ ਮੇਰੇ ਕੋਲ ਇਹਦੇ ਚੰਨੀ ਦੇ ਜਦੋਂ ਉਸ ਵਕਤ ਤੇ CM ਸਨ ਤੇ ਬਾਅਦ ਚ ਵੀ ਜਦੋਂ ਨਹੀਂ ਵੀ ਸਨ, ਉਦੋਂ ਵੀ ਉਹਨਾਂ ਨੇ ਕਿਹਾ ਕਿ ਵੀ ਮੇਰੇ ਕੋਲ ਚੰਨੀ ਦੀਆਂ ਵੀਡੀਓਜ਼ ਕੁਝ ਹੈਗੀਆਂ ਨੇ, ਮੈਂ ਵੀਡੀਓਜ਼ ਦਿਖਾਊਂਗਾ, ਪਰ ਮੈਂ ਵੀਡੀਓ ਉਦੋਂ ਹੀ ਦਿਖਾਊਂਗਾ, ਉਦੋਂ ਹੀ ਮਜ਼ਾ ਆਊਗਾ ਜਦੋਂ ਚੰਨੀ ਸਾਹਿਬ ਵਾਪਸ ਪਰਤ ਆਉਣਗੇ ਵਿਦੇਸ਼ ਤੋਂ। ਸੋ ਇੱਕ ਪਾਸਿਓਂ ਉਧਰੋਂ ਕਰਨਗੇ, ਇੱਕ ਪਾਸਿਓਂ ਜਿਹੜਾ ਹੈ ਉਹ ਇਧਰੋਂ ਸਰਕਾਰ ਵੱਲੋਂ ਜਿਹੜਾ ਹੈ ਉਹ ਘਿਰ ਸਕਦੇ ਹੈਗੇ ਆ। ਤੇ ਜਦੋਂ ਇਹ ਘੇਰਮ ਘਰਾਈ ਦਾ ਕੰਮ ਜਿਹੜਾ ਹੈ ਜਾਰੀ ਰਹੇਗਾ ਤਾਂ ਚੰਨੀ ਵਾਸਤੇ ਔਖਾ ਤਾਂ ਜਿਹੜਾ ਹੈ ਹੋਣ ਵਾਲਾ ਹੈਗਾ, ਕਿਉਂਕਿ ਉਸ ਦੌਰਾਨ ਇੱਕ ਵਾਰੀ ਕਾਂਗਰਸ ਦੀ ਰਿਵਾਈਵਲ ਜਿਹੜੀ ਹੈ ਉਹ ਨਜ਼ਰ ਆਈ ਸੀ। ਉਸ ਦੌਰਾਨ ਜਦੋਂ ਰਿਵਾਈਵਲ ਨਜ਼ਰ ਆਈ, ਕਿਉਂਕਿ ਤੁਸੀਂ ਇੱਕ ਗੱਲ ਹੋਰ ਸਮਝੋ ਕਿ ਧੜੇ ਹੈਗੇ ਨੇ ਕਾਂਗਰਸ ਦੇ ਅੰਦਰ, ਜਿਵੇਂ ਰਾਜਾ ਵੜਿੰਗ ਹੋ ਗਏ ਉਹ ਸਟੇਜ ਤੋਂ ਆਪਣਾ ਬੋਲਦੇ ਨੇ। ਉਸ ਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਜਿਹੜੇ ਰਾਜਾ ਵੜਿੰਗ ਦੇ ਬਿਲਕੁਲ ਅਗੇਂਸਟ, ਇੱਕ ਦੂਜੇ ਦੇ ਅਗੇਂਸਟ ਹੈਗੇ ਆ, ਉਹ ਸਿੱਧੂ ਸਾਹਿਬ ਨੂੰ ਜੇਲ੍ਹ 'ਚ ਮਿਲ ਕੇ ਆਉਂਦੇ ਨੇ। ਜੇਲ੍ਹ 'ਚ ਮਿਲ ਕੇ ਆਉਂਦੇ ਨੇ ਤੇ ਫਿਰ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਜਾਏਗੀ, ਸਿੱਧੂ ਸਾਹਿਬ ਨੂੰ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਜਾਏਗੀ ਤੇ ਰਾਜਾ ਵੜਿੰਗ ਨੂੰ ਇਹ ਗੱਲ ਪਸੰਦ ਆਏਗੀ ਅਸੀਂ ਕਿ ਨਹੀਂ ਆਏਗੀ, ਅਸੀਂ ਸਾਰੇ ਜਾਣਦੇ ਹੈਗੇ ਕਿਉਂਕਿ ਅੰਦਰ ਖਾਤੇ ਕੀ ਕੁਝ ਚੱਲਦਾ ਹੈਗਾ। ਤੇ ਹੁਣ ਜਦੋਂ ਚੰਨੀ ਦੀ ਵੀ ਐਂਟਰੀ ਹੋ ਗਈ ਤੇ ਫਿਰ ਇੱਕ ਹੋਰ ਧੜਾ ਜਿਹੜਾ ਹੈ ਸਾਹਮਣੇ ਆਏਗਾ, ਕਿਉਂਕਿ ਫੋਟੋਆਂ 'ਚ ਬੜੀਆਂ ਸਾਹਮਣੇ ਆਈਆਂ ਨੇ ਫੁੱਲਾਂ ਵਾਲੀਆਂ ਕਿ ਪ੍ਰਿਯੰਕਾ ਗਾਂਧੀ ਤੇ ਚਰਨਜੀਤ ਸਿੰਘ ਚੰਨੀ ਆਪਸ ਵਿੱਚ ਇੱਕ ਗੁਲਦਸਤਾ ਜਿਹੜਾ ਹੈ ਇੱਕ ਦੂਜੇ ਨੂੰ ਦੇ ਰਹੇ ਨੇ ਜਾਂ ਲੈ ਰਹੇ ਨੇ। ਸੋ ਅਜਿਹੇ ਵਿੱਚ ਜਦੋਂ ਇਹ ਕੁਝ ਸਾਹਮਣੇ ਆਉਂਦਾ ਹੈਗਾ ਤੇ ਪਾਰਟੀ ਦੇ ਵਿਚਲਾ ਕਲੇਸ਼ ਜਿਹੜਾ ਹੈ ਉਹ ਮਿਟਾਉਣਾ ਜ਼ਰੂਰੀ ਹੋ ਜਾਂਦਾ, ਜਿਹੜਾ ਕਿ ਕਾਂਗਰਸ ਦੇ ਵਿੱਚ ਹਮੇਸ਼ਾ ਬੜਾ ਮੁਸ਼ਕਲ ਹੁੰਦਾ। ਤੁਸੀਂ ਦੇਖਿਆ ਹੀ ਹੈ ਕਿ ਹਿਮਾਚਲ ਦੇ ਵਿੱਚ ਕੀ ਹੋਇਆ। ਚਲੋ ਸਰਕਾਰ ਬਣ ਗਈ, ਪਰ ਸਰਕਾਰ ਬਣਨ ਤੋਂ ਬਾਅਦ CM ਤੇ ਪੇਜ ਜਿਹੜਾ ਹੈ ਉਹ ਕਿਸ ਤਰ੍ਹਾਂ ਰਿਹਾ। ਤੇ ਪਿਛਲੀ ਵਾਰੀ ਜਦੋਂ
ਯਾਦ ਹੋਏਗਾ ਤੁਹਾਨੂੰ ਜਦੋਂ ਸਿੱਧੂ ਸਾਹਿਬ ਤੇ ਐਕਸ ਸੀਐਮ ਚੰਨੀ ਸਾਹਿਬ ਸਟੇਜ ਤੇ ਸੀਗੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਆਪਣੀ ਆਪਣੀ ਗੱਲ ਜਿਹੜੀ ਹੈ ਰਾਹੁਲ ਗਾਂਧੀ ਸਾਹਮਣੇ ਸਟੇਜ ਤੇ ਰੱਖੀ ਸੀ ਤੇ ਸਾਫ਼ ਪਤਾ ਲੱਗ ਰਿਹਾ ਸੀ ਕਿ ਲਫ਼ਜ਼ ਨਹੀਂ ਇਹ ਵਾਰ ਕਰ ਰਹੇ ਨੇ ਇੱਕ ਦੂਜੇ ਤੇ। ਸੋ ਉਹ ਵਾਰ ਜਿਹੜੇ ਨੇ ਅਜੇ ਵੀ ਕਾਇਮ ਰਹਿਣਗੇ ਕਿਉਂਕਿ ਕਾਂਗਰਸ ਦਾ ਜਿਉਂਦੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਿਮਾਚਲ ਜਿੱਤ ਲਿਆ, ਫਾਈਨ, ਓਕੇ, ਸਮਝਾਉਂਦਾ ਹੈਗਾ, ਪਰ ਇਹਨਾਂ ਦੀਆਂ ਜਿਹੜੀਆਂ ਆਪਸੀ ਖਹਿਬਾਜ਼ੀਆਂ ਹੈਗੀਆਂ ਨੇ ਇਹ ਕਿਤੇ ਰਹਿੰਦੀ ਖੁੰਦੀ ਕਾਂਗਰਸ ਨੂੰ ਵੀ ਲੈ ਨਾ ਡੁੱਬਣ, ਇਸ ਗੱਲ ਦਾ ਖਦਸ਼ਾ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈਗਾ। ਸੋ ਇੱਥੇ ਫੂਕ ਕੇ ਕਦਮ ਰੱਖਣ ਦੀ ਲੋੜ ਹੈ ਹਾਈ ਕਮਾਨ ਨੂੰ, ਤੇ ਹਾਈ ਕਮਾਨ ਨੂੰ ਵਾਕਈ ਹੀ ਹਾਈ ਕਮਾਨ ਦੀ ਤਰ੍ਹਾਂ ਵਰਕ ਕਰਨ ਦੀ ਲੋੜ ਹੈ, ਕਿਉਂਕਿ ਜੇ ਇਸ ਤਰ੍ਹਾਂ ਨਹੀਂ ਕਰਨਗੇ ਤੇ ਫਿਰ ਤੇ ਅੱਜ ਹੋਇਆ ਕੰਮ ਤੇ ਕੱਲ ਹੋਇਆ ਕੰਮ। ਜਦੋਂ ਕਾਂਗਰਸ ਦੀ ਗੱਲ ਹੋ ਹੀ ਰਹੀ ਹੈ ਤੇ ਕਿਉਂ ਨਾ ਗੱਲ ਕਰ ਲਈਏ ਭਾਰਤ ਜੋੜੋ ਯਾਤਰਾ ਦੀ, ਤੇ ਉਸ ਤੋਂ ਪਹਿਲਾਂ ਵੀ ਗੱਲ ਕਿਉਂ ਨਾ ਕਰ ਲਈਏ ਜਗਦੀਸ਼ ਟਾਈਟਲਰ ਦੀ। ਜਗਦੀਸ਼ ਟਾਈਟਲਰ ਕਹਿੰਦੇ ਆ ਬਈ ਮੇਰੇ ਦੇ 84 ਨੂੰ ਲੈ ਕੇ FIR ਕੋਈ ਹੈ ਹੀ ਨਹੀਂ ਤੇ ਸਵਾਲ ਹੀ ਜਿਹੜਾ ਹੈ ਕੋਈ ਪੈਦਾ ਨਹੀਂ ਹੁੰਦਾ ਹੈਗਾ। ਜਗਦੀਸ਼ ਟਾਈਟਲਰ ਉਹ ਜਿਸ ਦਾ ਨਾਮ ਸੁਣ ਕੇ ਬਹੁਤ ਸਾਰੇ ਸਿੱਖਾਂ ਦੀਆਂ ਰਗਾਂ ਦੇ ਵਿੱਚ ਖੂਨ ਜਿਹੜਾ ਹੈ ਉਹ ਡਬਲ ਸਪੀਡ ਨਾਲ ਦੌੜਦਾ ਹੈਗਾ, ਤੇ ਦੌੜਦਾ ਵੀ ਕੀ ਹੈ, ਹੌਲਦਾ ਹੈਗਾ। ਸੋ ਅਜਿਹੇ ਵਿੱਚ ਇੱਕ ਮੀਟਿੰਗ ਹੈਗੀ ਸੀ ਸੋਮਵਾਰ ਨੂੰ, ਤੇ ਸੋਮਵਾਰ ਨੂੰ ਮੀਟਿੰਗ ਦੇ ਵਿੱਚ ਭਾਰਤ ਜੋੜੋ ਯਾਤਰਾ ਦੀ ਜਿਹੜੀ ਇਹਨਾਂ ਦੀ ਚੱਲ ਰਹੀ ਹੈਗੀ ਆ, ਮੁਹਿੰਮ ਚੱਲ ਰਹੀ ਹੈਗੀ ਆ, ਇਹ ਜਾ ਰਹੇ ਹੈਗੇ ਆ, ਮੂਵਮੈਂਟ ਜੀ ਮੂਵਮੈਂਟ ਕਹਿੰਦੇ ਹੈਗੇ ਵੀ ਸਾਡੀ ਮੂਵਮੈਂਟ ਹੈਗੀ ਆ। ਸੋ ਉਸ ਦੇ ਵਿੱਚ ਉਸ ਦੀ ਮੀਟਿੰਗ ਦੇ ਵਿੱਚ ਇਹ ਵੀ ਸ਼ਾਮਲ ਸੀ, ਤੇ ਕਹਿੰਦਾ ਵੀ ਜਦੋਂ ਸਵਾਲ ਕੀਤਾ ਗਿਆ ਸਿੱਖ ਵਿਰੋਧੀ ਦੰਗਿਆਂ ਦੇ ਬਾਬਤ, ਤੇ ਅੱਗੋਂ ਕਹਿੰਦਾ ਵੀ ਮੇਰਾ ਤੇ ਕੋਈ ਕਿਤੇ ਨਾ ਹੀ ਨਹੀਂ ਹੈਗਾ ਤੇ ਮੈਨੂੰ ਤੇ ਕਲੀਨ ਚਿੱਟ ਜਿਹੜੀ ਆ ਮਿਲ ਚੁੱਕੀ ਹੈਗੀ ਆ। ਸੋ ਅਜਿਹੇ ਵਿੱਚ ਕਾਂਗਰਸ ਜਿਹੜੀ ਹੈ ਉਹ ਜਦੋਂ ਪੰਜਾਬ ਦੀ ਗੱਲ ਕਰਦੀ ਹੈਗੀ ਆ, ਪੰਜਾਬ 'ਚ ਰਿਵਾਈਵਲ ਦੀ ਗੱਲ ਕਰਦੀ ਆ, ਉਧਰੋਂ ਰਾਜਾ ਵੜਿੰਗ ਨੇ ਜ਼ੋਰ ਲਾਇਆ ਹੋਇਆ, ਉਧਰੋਂ ਜਿਹੜੇ ਚੰਨੀ ਸਾਹਿਬ ਨੇ ਉਹ ਵਾਪਸ ਆ ਗਏ ਨੇ, ਉਧਰੋਂ ਸਿੱਧੂ ਸਾਹਿਬ ਜਿਹੜੇ ਉਹ ਆ ਜਾਣਗੇ, ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਆਉਂਦਿਆਂ ਹੀ ਵੱਡੀ ਰਿਸਪੌਂਸਿਬਿਲਿਟੀ ਹੈ ਜਿਹੜੀ ਦਿੱਤੀ ਜਾਏਗੀ। ਤੇ ਹਿਮਾਚਲ ਦੇ ਵਿੱਚ ਜੋ ਵਧੀਆ ਪਰਫਾਰਮ ਕੀਤਾ ਕਾਂਗਰਸ ਨੇ, ਇਹ ਸਾਰੀਆਂ ਚੀਜ਼ਾਂ ਜਦੋਂ ਪੰਜਾਬ ਦੇ ਵਿੱਚ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਤੇ ਅੱਗੇ ਤੁਸੀਂ ਜਗਦੀਸ਼ ਟਾਈਟਲਰ ਨੂੰ ਖੜਾ ਕਰ ਦਿੰਦੇ ਹੋ, ਤੇ ਬਾਕੀ ਸਭ ਜਿਹੜਾ ਹੈ ਉਸ ਤੇ ਕਾਂਟਾ ਹੋ ਜਾਂਦਾ ਹੈ, ਉਹ ਫੇਲ ਹੋ ਜਾਂਦਾ ਹੈ। ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਹੀਂ ਲੱਗਦੀਆਂ ਕਿ ਸਹੀ ਨੇ ਤੇ ਸਹੀ ਦਿਸ਼ਾ ਵੱਲ ਨੇ। ਹਾਲਾਂਕਿ ਬਹੁਤ ਸਾਰੇ ਲੋਕ ਹੈਗੇ ਨੇ, ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਕਿ ਅਜੇ ਵੀ ਚਾਹੁੰਦੇ ਨੇ ਕਿ ਕਾਂਗਰਸ ਦੀ ਰਿਵਾਈਵਲ ਜਿਹੜੀ ਹੈ ਉਹ ਹੋ ਜਾਏ, ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ, ਪਰ ਜਦੋਂ ਟਾਈਟਲਰ ਦਾ ਨਾਮ ਆਉਂਦਾ ਹੈ ਤੇ ਉਹਨਾਂ ਦੇ ਪੈਰ ਵੀ ਪਿੱਛੇ ਖਿਸਕਦੇ ਹੋਏ ਨਜ਼ਰ ਆਉਂਦੇ ਨੇ। ਸੋ ਅਜਿਹੇ ਵਿੱਚ ਮੇਰੇ ਤੇ ਕੋਈ FIR ਨਹੀਂ, ਸਿੱਖ ਵਿਰੋਧੀ ਦੰਗਿਆਂ ਦੇ ਬਾਬਤ 84 ਦੇ ਬਾਬਤ ਮੇਰੇ ਤੇ ਕੋਈ FIR ਨਹੀਂ, ਮੈਨੂੰ ਤੇ ਕਲੀਨ ਚਿੱਟ ਮਿਲ ਚੁੱਕੀ ਹੈਗੀ ਆ। ਸੋ ਇਸ ਤਰ੍ਹਾਂ ਦੇ ਬਿਆਨ ਦੇ ਉੱਤੇ, ਮੀਟਿੰਗਸ ਵਿੱਚ ਸ਼ਾਮਲ ਕਰਨ ਦੇ ਉੱਤੇ ਟਾਈਟਲਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟਸ ਬਾਕਸ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਦੇਣਾ, ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਿਹੜੀ ਹੈ ਉਹ ਜ਼ਰੂਰ ਦੇਣਾ। ਅੱਜ ਬਹਿਬਲ ਕਲਾਂ ਮੋਰਚੇ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ। ਬਹੁਤਿਆਂ ਵਾਸਤੇ ਵੱਡੀ ਹੋਏਗੀ ਜਿਹੜੇ ਇਮੋਸ਼ਨਲ ਅਟੈਚਡ ਹੈਗੇ ਨੇ ਇਸ ਖਬਰ ਦੇ ਨਾਲ, ਕਿਉਂਕਿ ਸੈਂਸਿਟਿਵਿਟੀ ਇਸ ਖਬਰ ਦੀ ਬਹੁਤ ਜ਼ਿਆਦਾ ਹੈਗੀ ਆ, ਉਹਨਾਂ ਵਾਸਤੇ ਬਹੁਤ ਵੱਡੀ ਖਬਰ ਹੈਗੀ ਆ, ਤੇ ਜਿਸ ਨੇ ਅੱਜ ਇੱਕ ਫੈਸਲਾ ਲਿਆ ਉਸ ਵਾਸਤੇ ਵੀ ਇਹ ਬਹੁਤ ਵੱਡੀ ਗੱਲ ਹੈਗੀ ਆ। ਜਿਹੜਾ ਗੋਲੀकांड ਦਾ ਪੀੜਤ ਸੀ ਕ੍ਰਿਸ਼ਨ ਭਗਵਾਨ, ਉਸ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਫੈਸਲਾ ਕੀਤਾ ਨੌਕਰੀ ਛੱਡਣ ਦਾ, ਅਸਤੀਫਾ ਦੇ ਦਿੱਤਾ। ਅਸਤੀਫਾ ਦੇ ਦਿੱਤਾ ਕਿਉਂਕਿ ਇਨਸਾਫ ਨਹੀਂ ਮਿਲਿਆ, ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਗੋਲੀकांड ਦਾ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ। ਸੋ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਗਿਆ ਹੈ। ਟੀਚਰ ਵਜੋਂ ਜਿਹੜਾ ਹੈ ਉਹ ਤੈਨਾਤ ਹੈਗਾ ਸੀਗਾ, ਤੇ ਹੁਣ ਕਹਿੰਦੇ ਕਿ ਵੀ ਅੱਗੇ ਇਹ ਮੋਰਚਾ ਅੱਗੇ ਵਧੇਗਾ, ਕਿਉਂਕਿ 1 ਸਾਲ ਤੋਂ ਬੈਠੇ ਹੋਏ ਨੇ ਨੈਸ਼ਨਲ ਹਾਈਵੇ 54 ਤੇ ਇਹ ਮੋਰਚਾ ਜਿਹੜਾ ਹੈ ਉਹ ਚੱਲ ਰਿਹਾ ਹੈਗਾ, ਤੇ ਫੈਸਲਾ ਜਿਹੜਾ ਹੈ ਕਰ ਲਿਆ, ਮਤਲਬ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ, ਕਿਹਾ ਕਿ ਨੌਕਰੀ ਨਹੀਂ ਕਰਾਂਗਾ, ਇਨਸਾਫ ਨਹੀਂ ਮਿਲ ਰਿਹਾ, ਮੈਂ ਕਿਉਂਕਿ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ, ਤੇ ਤਰਸ ਕਹਿੰਦਾ ਵੀ ਚਾਹੀਦਾ ਹੀ ਨਹੀਂ ਹੈਗਾ। ਪ੍ਰਭਦੀਪ ਸਿੰਘ ਕਹਿੰਦਾ ਤਰਸ ਨਹੀਂ ਚਾਹੀਦਾ, ਕ੍ਰਿਸ਼ਨ ਭਗਵਾਨ ਦਾ ਮੁੰਡਾ ਕਹਿੰਦਾ ਤਰਸ ਨਹੀਂ ਚਾਹੀਦਾ, ਇਹ ਨੌਕਰੀ ਚਾਹੀਦੀ ਨਹੀਂ, ਇਨਸਾਫ ਚਾਹੀਦਾ। ਸਰਕਾਰੀ ਨੌਕਰੀ ਕੌਣ ਛੱਡਦਾ? ਨਹੀਂ ਤੇ ਸਰਕਾਰੀ ਨੌਕਰੀ ਕੋਈ ਨਹੀਂ ਛੱਡਦਾ। ਪੀੜ ਜਿਹੜੀ ਹੈ ਕਿੰਨੀ ਵੱਡੀ ਹੈ ਇਹ ਸਮਝੋ ਤੁਸੀਂ, ਬੇਅਦਬੀ ਦੀ ਪੀੜ, ਉਸ ਗੋਲੀकांड ਦੀ ਪੀੜ ਕਿੱਡੀ ਵੱਡੀ ਹੈਗੀ ਆ। ਤੇ ਬਹੁਤ ਸਾਰੇ ਲੋਕ ਤੁਸੀਂ ਇਹ ਦੂਰ ਬੈਠੇ ਹੈਰਾਨ ਹੋਵੋਗੇ, ਜਿਹੜੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਪਿਛਲੇ 1 ਸਾਲ ਤੋਂ ਉੱਥੇ ਲੰਗਰ ਵੀ ਲਾ ਰਹੇ ਹੈਗੇ ਆ, ਉਹ ਵਾਲੇ ਲੋਕ ਵੀ ਉੱਥੇ ਮੌਜੂਦ ਹੈਗੇ ਨੇ ਜਿਨ੍ਹਾਂ ਦਾ ਉਸ ਜਗ੍ਹਾ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ, ਪਰ ਬੇਅਦਬੀ ਹੁੰਦੀ ਹੈ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋ, ਉਹ ਵੀ ਇਸ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੈਗੇ ਆ। ਸੋ ਇਹ ਗੱਲਾਂ ਤਾਂ ਕਰਕੇ ਦੱਸਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਤਸਵੀਰ ਪਤਾ ਲੱਗ ਸਕੇ ਕਿ ਤਸਵੀਰ ਜਿਹੜੀ ਹੈ ਉਹ ਕੀ ਕਹਿੰਦੀ ਹੈਗੀ ਆ। ਸੋ ਪ੍ਰਭਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਮੇਰੇ ਪਿਤਾ ਜੀ ਦੀ ਹੋਈ ਮੌਤ ਦਾ ਨਾ ਇਨਸਾਫ ਮਿਲਣ ਕਰਕੇ ਮੈਂ ਅਸਤੀਫਾ ਜਿਹੜਾ ਹੈ ਉਹ ਦੇ ਰਿਹਾ ਹਾਂ। ਉਹਨਾਂ ਨੇ ਐਗਜ਼ੈਕਟਲੀ ਕੀ ਲਿਖਿਆ ਤੁਹਾਨੂੰ ਮੈਂ ਪੂਰੀ ਦੀ ਪੂਰੀ ਅਸਤੀਫੇ ਵਾਲੀ ਚਿੱਠੀ ਜਿਹੜੀ ਹੈ
ਉਹ ਮੈਂ ਪੜ੍ਹ ਕੇ ਦੇਖ ਕੇ ਸੁਣਾਵਾਂਗੀ ਤਾਂ ਕਿ ਤੁਸੀਂ ਸਮਝ ਸਕੋ ਕਿ ਮੈਟਰ ਜਿਹੜਾ ਹੈ ਉਹ ਹੈ ਕੀ। ਮੈਂ ਪ੍ਰਭਦੀਪ ਸਿੰਘ, ਸੁਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ। ਮੈਨੂੰ ਇਹ ਨੌਕਰੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਤਰਸ ਦੇ ਆਧਾਰ ਤੇ ਦਿੱਤੀ ਗਈ ਸੀ। ਨੌਕਰੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਨੌਕਰੀ ਦੇ ਨਾਲ ਨਾਲ ਤੁਹਾਡੇ ਪਿਤਾ ਜੀ ਦੇ ਕਾਤਲਾਂ ਨੂੰ ਵੀ ਸਜ਼ਾ ਦਿੱਤੀ ਜਾਏਗੀ। ਲੰਮਾ ਸਮਾਂ ਬੀਤਣ ਦੇ ਬਾਵਜੂਦ ਅਤੇ 3 ਸਰਕਾਰਾਂ ਦੇ ਬਦਲਣ ਤੋਂ ਬਾਅਦ ਵੀ ਕਿਸੇ ਵੀ ਸਰਕਾਰ ਵੱਲੋਂ ਦੋਸ਼ੀਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨਸਾਫ ਤੋਂ ਬਿਨਾਂ ਇਹਨਾਂ ਨੌਕਰੀਆਂ ਤੋਂ ਕੀ ਲੈਣਾ, ਜਿਸ ਦੇ ਰੋਸ ਵਜੋਂ ਮੈਂ ਆਪਣੇ ਇਸ ਸਰਕਾਰੀ ਕੰਮ ਤੋਂ ਅਸਤੀਫਾ ਦਿੰਦਾ ਹਾਂ। ਇਸ ਦੇ ਨਾਲ ਇਨਸਾਫ ਮੋਰਚੇ ਨੇ ਮੌਸਮ ਦੇ ਮੱਦੇਨਜ਼ਰ ਨੈਸ਼ਨਲ ਹਾਈਵੇ 54 ਤੇ ਲਗਾਇਆ ਜਾਮ ਵੀ ਲੋਕਾਂ ਦੀ ਸਹੂਲਤ ਲਈ ਫਿਲਹਾਲ ਖੋਲ ਦਿੱਤਾ ਹੈ। ਲੈਟਰ ਤੇ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਜਾਮ ਹੈ ਉਹ ਖੋਲ ਦਿੱਤਾ ਹੈਗਾ। ਹਾਲਾਂਕਿ ਮੋਰਚਾ ਇਨਸਾਫ ਮਿਲਣ ਤੱਕ ਜਾਰੀ ਰਹੇਗਾ। ਇਨਸਾਫ ਮੋਰਚੇ ਨੇ ਐਲਾਨ ਕੀਤਾ ਕਿ ਅਗਲੀ ਜਿਹੜੀ ਰਣਨੀਤੀ ਹੈਗੀ ਆ ਉਹ 7 ਜਨਵਰੀ ਨੂੰ ਐਲਾਨੀ ਜਾਏਗੀ। ਜ਼ੀਰਾ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਜੋ ਪ੍ਰਦਰਸ਼ਨ ਹੋ ਰਿਹਾ ਹੈ ਉਹ ਲਗਾਤਾਰ ਉਗਰ ਹੁੰਦਾ ਜਾ ਰਿਹਾ ਹੈਗਾ। ਅੱਜ ਫੇਰ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਤੇ ਤੇ 283 ਲੋਕਾਂ ਦੇ ਉੱਤੇ ਮਾਮਲਾ ਜਿਹੜਾ ਹੈ ਉਹ ਦਰਜ ਹੋਇਆ ਹੈ। 283 ਫਿਗਰ ਜਿਹੜੀ ਹੈ ਛੋਟੀ ਨਹੀਂ ਹੁੰਦੀ। ਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਰਹੀ ਹੈ ਕਿ 38 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪੁਲਿਸ ਕਹਿੰਦੀ ਹੈ ਵੀ ਸਾਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਫੈਕਟਰੀ ਵੱਲ ਕੁਝ ਲੋਕ ਕੁਝ ਹੋਰ ਲੋਕਾਂ ਨੂੰ ਲੈ ਕੇ ਜਾ ਰਹੇ ਸਨ, ਅੱਗੇ ਨੂੰ ਜਾ ਰਹੇ ਸਨ ਤੇ ਉਹਨਾਂ ਦੇ ਹੱਥ 'ਚ ਕਾਫੀ ਕੁਝ ਹੈਗਾ ਸੀ, ਕਾਫੀ ਹਥਿਆਰ ਹੈਗੇ ਸੀ ਤੇ ਉਹਨਾਂ ਨੂੰ ਰੋਕਿਆ ਤੇ ਮਾਮਲਾ ਜਿਹੜਾ ਹੈ ਉਹ ਹੋਰ ਗਰਮਾ ਗਿਆ। ਬੈਰੀਕੇਡਿੰਗ ਜਿਹੜੀ ਹੈ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਤੋੜ ਵੀ ਦਿੱਤੀ ਗਈ ਪੁਲਿਸ ਵੱਲੋਂ। ਫਿਰ ਲਾਠੀ ਚਾਰਜ ਜਿਹੜਾ ਹੈ ਉਹ ਹੋਇਆ। ਇਹ ਮਾਮਲਾ ਜਿਹੜਾ ਹੈ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਰੋਜ਼ ਕੋਈ ਨਾ ਕੋਈ ਸਿਆਸਤਦਾਨ ਜਿਹੜਾ ਹੈ ਉੱਥੇ ਪਹੁੰਚਦਾ ਹੈਗਾ, ਰੋਜ਼ ਕੋਈ ਨਾ ਕੋਈ ਸਿਆਸਤਦਾਨ ਉੱਥੇ ਪਹੁੰਚ ਕੇ ਕੋਈ ਨਾ ਕੋਈ ਸਟੇਟਮੈਂਟ ਜਿਹੜੀ ਹੈ ਉਹ ਦੇ ਰਿਹਾ ਹੈਗਾ, ਪਰ ਆਮ ਲੋਕਾਂ ਤੇ ਰੋਜ਼ ਜਿਹੜੀਆਂ ਨੇ ਉਹ ਲਾਠੀਆਂ ਪੈ ਰਹੀਆਂ ਨੇ, ਡੰਡੇ ਪੈ ਰਹੇ ਨੇ। ਮਾਮਲਾ ਸੁਲਝਦਾ ਹੋਇਆ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਇੰਸਪੈਕਟਰ ਗੁਰਵਿੰਦਰਪਾਲ ਸਿੰਘ ਦੇ ਮੁਤਾਬਕ ਉੱਥੇ ਪੁਲਿਸ ਪਾਰਟੀ ਸੰਗ ਜਿਹੜਾ ਮਨਸੂਰਵਾਲ ਕਲਾ ਸ਼ਰਾਬ ਫੈਕਟਰੀ ਦੇ ਵੱਲ ਕੁਝ ਲੋਕ ਜਿਹੜੇ ਸਨ ਉਹ ਜਾ ਰਹੇ ਸੀਗੇ ਤੇ ਬੰਬ ਡਾਲਾ ਪੁਰਾਣਾ ਦੇ ਕੋਲ ਗੁਪਤ ਸੂਚਨਾ ਮਿਲੀ ਕਿ ਕੁਝ ਲੋਕ ਆਪਣੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਹੋਰ ਲੋਕਾਂ ਨੂੰ ਲੈ ਕੇ ਘਟਨਾ ਸਥਲ ਤੇ ਪਹੁੰਚ ਰਹੇ ਨੇ। ਸੋ ਇਹ ਫੈਕਟਰੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਇਹਨਾਂ ਦੇ ਕੋਲ ਕਹਿੰਦੇ ਤਲਵਾਰ, ਲਾਠੀਆਂ, ਕਿਰਚ ਬਰਛੇ, ਫਾਇਰ ਆਰਮਸ ਸਾਰੇ ਮੌਜੂਦ ਸੀਗੇ ਤੇ ਪੁਲਿਸ ਦੇ ਵੱਲੋਂ ਉਹਨਾਂ ਨੇ ਡਿਫੈਂਸ ਦੇ ਤੌਰ ਤੇ ਇਹ ਪੂਰੀ ਦੀ ਪੂਰੀ ਕਾਰਵਾਈ ਕੀਤੀ। ਪਰ ਜੇ ਤੁਸੀਂ ਤਸਵੀਰਾਂ ਵੇਖੀਆਂ ਹੋਣਗੀਆਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਡਰਾ ਕੇ ਰੱਖ ਦੇਣਗੀਆਂ, ਕਿਉਂਕਿ ਇੱਥੇ ਸਿਚੁਏਸ਼ਨ ਜਿਹੜੀ ਹੈ ਹੁਣ ਸੰਭਿਆ ਨਹੀਂ ਸੰਭਲ ਰਹੀ ਹੈ। ਪਿਛਲੇ 5 ਮਹੀਨਿਆਂ ਤੋਂ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਫਿਲਹਾਲ ਦੀ ਅਸੀਂ ਗੱਲ ਕਰੀਏ ਤੇ 2000 ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਤੈਨਾਤਗੀ ਹੋਈ ਹੈ। ਇੰਨਾ ਵੱਡਾ ਇਹ ਪ੍ਰਦਰਸ਼ਨ ਹੈਗਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਲੋਕ ਬਾਹਰੋਂ ਵੀ, ਪੰਜਾਬ ਦੇ ਵੱਖ-ਵੱਖ ਏਰੀਆਜ਼ ਤੋਂ ਵੀ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਆ। ਇਹ ਨਹੀਂ ਕਿ ਸਿਰਫ ਇੱਥੇ ਜ਼ੀਰਾ ਤੋਂ ਹੀ ਲੋਕ ਹੈਗੇ ਆ, ਦੂਰੋਂ ਲੋਕ ਜਿਹੜੇ ਆ ਇੱਥੇ ਪਹੁੰਚ ਰਹੇ ਹੈਗੇ, ਜਿਸ ਤਰ੍ਹਾਂ ਨਾਲ ਇਹ ਮਾਮਲਾ ਜਿਹੜਾ ਹੈ ਹੋਰ ਵੀ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ ਹੈਗਾ। ਸੋ 20 ਦਸੰਬਰ ਨੂੰ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਆ। 20 ਦਸੰਬਰ ਯਾਨੀ ਕਿ ਹੁਣ ਸੁਣਵਾਈ ਜਿਹੜੀ ਹੈ ਕੁਝ ਹੀ ਵਕਤ ਦੇ ਬਾਅਦ ਹੋਏਗੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਦੇ ਅੱਗੇ ਧਰਨਾ ਹਟਾਉਣ ਦਾ ਜਿਹੜਾ ਹੈ ਉਹ ਹੁਕਮ ਦਿੱਤਾ ਸੀ। ਅਸੀਂ ਤੁਹਾਨੂੰ ਵੀ ਦੱਸਿਆ ਹੈਗਾ ਸੀ ਕਿ ਇਹ ਹੁਕਮ ਜਿਹੜਾ ਹੈ ਉਹ ਆਇਆ ਹੈ ਤੇ ਐਤਵਾਰ ਨੂੰ ਪੁਲਿਸ ਨੇ ਪਿੰਡ ਮਨਸੂਰਵਾਲਾ ਵਿੱਚ ਸ਼ਰਾਬ ਫੈਕਟਰੀ ਤੋਂ ਕਰੀਬ 1.5 ਕਿਲੋਮੀਟਰ ਦੂਰ ਪੱਕਾ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੂੰ ਹਟਾ ਦਿੱਤਾ ਸੀ। ਪਰ ਇਹ ਮਾਮਲਾ ਜੇ ਸ਼ਾਂਤ ਨਹੀਂ ਹੋਇਆ। ਜ਼ੀਰਾ ਪੂਰੀ ਤਰ੍ਹਾਂ ਨਾਲ ਛਾਉਣੀ ਵਿੱਚ ਤਬਦੀਲ ਹੈਗਾ ਤੇ ਇੱਥੇ 2000 ਪੁਲਿਸ ਮੁਲਾਜ਼ਮਾਂ ਦੀ ਤੈਨਾਤਗੀ ਜਿਹੜੀ ਹੈ ਉਹ ਅਜੇ ਵੀ ਹੈਗੀ ਹੈ। ਲਤੀਫਪੁਰਾ ਵਿੱਚ ਢਾਏ ਗਏ ਆਸ਼ਾਨਿਆਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਹੁਣ ਕੌਮੀ ਲੈਵਲ ਤੱਕ ਪਹੁੰਚ ਗਈਆਂ ਨੇ, ਨੈਸ਼ਨਲ ਲੈਵਲ ਤੱਕ ਪਹੁੰਚ ਗਈਆਂ ਨੇ ਤੇ ਇੰਟਰਨੈਸ਼ਨਲ ਲੈਵਲ ਤੱਕ ਵੀ ਉਸ ਦੇ ਚਰਚੇ ਹੋ ਰਹੇ ਨੇ। ਸੋ ਅਜਿਹੇ ਵਿੱਚ ਜਦੋਂ ਢਾਏ ਹੋਏ ਘਰਾਂ ਦੇ ਵਿੱਚ ਸਿਆਸਤਦਾਨ ਵੱਖ-ਵੱਖ ਪਹੁੰਚਦੇ ਨੇ, ਵੱਖ-ਵੱਖ ਸਟੇਟਮੈਂਟਸ ਜਿਹੜੀਆਂ ਨੇ ਦੇ ਆਉਂਦੇ ਨੇ। ਅੱਜ ਕੇਂਦਰ ਵੀ ਉੱਥੇ ਪਹੁੰਚੇ, ਯਾਨੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਉੱਥੇ ਪਹੁੰਚੇ ਤੇ ਉਹਨਾਂ ਨੇ ਇਹ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੂਲ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਿਹਾ ਜਾਏਗਾ ਕਿ ਇਸ ਬਾਬਤ ਕੋਈ ਨਾ ਕੋਈ ਉਚਿਤ ਹੱਲ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਏ, ਕਿਉਂਕਿ ਜਦੋਂ ਉੱਥੇ ਜਾ ਕੇ ਦੇਖਦੇ ਆ ਨਾ, ਤੁਸੀਂ ਯਕੀਨ ਮੰਨੋ, ਤੁਸੀਂ ਤਸਵੀਰਾਂ ਤੋਂ ਸ਼ਾਇਦ ਅੰਦਾਜ਼ਾ ਲਗਾ ਸਕਦੇ ਹੋਵੋਗੇ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉੱਥੇ ਰਹਿ ਰਹੇ ਨੇ
ਜਿੱਥੇ ਜਿੱਥੇ ਉਹਨਾਂ ਦੇ ਘਰ ਸੀ ਉੱਥੇ ਮਲਬਾ ਹੈ, ਮਲਬੇ ਦੇ ਉੱਤੇ ਉਹਨਾਂ ਨੇ ਜਾਂ ਤੇ ਕੋਈ ਟੈਂਟ ਲਾਇਆ ਹੋਇਆ, ਜਾਂ ਉਹਨਾਂ ਨੇ ਕੋਈ ਮੰਜੀਆਂ ਜਿਹੜੀਆਂ ਨੇ ਉਹ ਵਿਛਾਈਆਂ ਹੋਈਆਂ, ਜਾਂ ਉਹ ਇਦਾਂ ਹੀ ਦਰੀ ਲਾ ਕੇ ਟਿਕ ਜਾਂਦੇ ਨੇ ਉੱਥੇ, ਕਿਉਂਕਿ ਠੰਡ ਤੁਹਾਨੂੰ ਪਤਾ ਹੈ ਕਿ ਇਸ ਵਕਤ ਤੇ ਬਹੁਤ ਪੈ ਰਹੀ ਹੈਗੀ ਆ, ਤੇ ਅਜਿਹੇ ਵਿੱਚ ਉਹ ਇੱਥੋਂ ਹਿੱਲਣ ਨੂੰ ਤਿਆਰ ਨਹੀਂ। ਜਦਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ, ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਫਲੈਟਸ ਦੇ ਦੇਵਾਂਗੇ ਜਾਂ ਕੁਝ ਇਦਾਂ ਦਾ ਤੁਹਾਡਾ ਆਲਟਰਨੇਟ ਕਰ ਦੇਵਾਂਗੇ, ਪਰ ਉਹ ਕਹਿੰਦੇ ਆ ਵੀ ਗਲਤ, ਉਹਨਾਂ ਨੇ ਅੱਜ ਮੰਤਰੀ ਨੂੰ ਕਿਹਾ ਕਿ ਵੀ ਗਲਤ ਖਸਰਾ ਨੰਬਰ ਲਿਖ ਕੇ ਭੂ ਮਾਫੀਆ ਵੱਲੋਂ ਸਾਡੇ ਤੇ ਇਹ ਪੂਰੀ ਦੀ ਪੂਰੀ ਕਾਰਵਾਈ ਜਿਹੜੀ ਹੈ ਉਹ ਕਰਵਾਈ ਗਈ ਆ, ਤੇ ਅਸੀਂ ਇਸ ਚੀਜ਼ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕਦ ਦੇ ਇੱਥੇ ਬੈਠੇ ਹੋਏ ਆ, ਕਦੋਂ ਤੋਂ ਇੱਥੇ ਰਹਿ ਰਹੇ ਆ, ਤੇ ਹੁਣ ਇੱਥੇ ਮਰ ਜਾਵਾਂਗੇ ਪਰ ਇੱਥੋਂ ਹਿਲਾਂਗੇ ਨਹੀਂ। ਉਹ ਛੋਟੀ ਜੀ ਬੱਚੀ ਵੀ ਬੜੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਆਪਣੇ ਕਹਿੰਦੀ ਆ ਕਿ ਮੇਰੇ ਟੌਇਜ਼ ਕਿੱਥੇ ਆ, ਮੇਰੇ ਖਿਡੌਣੇ ਕਿੱਥੇ ਆ। ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ, ਪਰ ਉਦਾਂ ਇਹਨਾਂ ਨੂੰ ਹੰਡਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ। ਜਦੋਂ ਉੱਥੇ ਜਾ ਕੇ ਦੇਖੋ ਤੇ ਹਾਲਾਤ ਜਿਹੜੇ ਨੇ ਉਹ ਗਮਗੀਨ ਕਰ ਦਿੰਦੇ ਨੇ। ਉੱਥੇ ਜਾ ਕੇ ਦੇਖੋ ਤੇ ਹਾਲਾਤ ਜਿਹੜੇ ਆ ਉਹ ਇੱਕ ਵਾਰ ਤਾਂ ਇਦਾਂ ਲੱਗਦਾ ਹੈ ਕਿ ਜਿਵੇਂ ਸਭ ਕੁਝ ਜਿਹੜਾ ਹੈ ਇੱਥੇ ਹੀ ਖਤਮ ਹੋ ਗਿਆ। ਪਤਾ ਨਹੀਂ ਇਹਨਾਂ ਨੂੰ ਇਹਨਾਂ ਦੀ ਉਮੀਦ ਮੁਤਾਬਕ ਹੁਣ ਉਹ ਆਸ਼ਿਆਨੇ ਮਿਲਣਗੇ ਜਾਂ ਨਹੀਂ ਮਿਲਣਗੇ, ਪਰ ਜਦੋਂ ਅੱਜ ਕੇਂਦਰ ਵੱਲੋਂ ਬੰਦਾ ਘੱਲਿਆ ਗਿਆ ਹੈ, ਮੰਤਰੀ ਘੱਲਿਆ ਗਿਆ ਹੈ, ਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਕੁਝ ਉਮੀਦ ਜਿਹੜੀ ਹੈ ਮਿਲੀ ਹੋਏ, ਪਰ ਜੇ ਉਮੀਦ ਦੇਣੀ ਹੈ ਨਾ, ਜੇ ਕੁਝ ਕਰਨਾ ਹੈ ਤਾਂ ਛੇਤੀ ਕਰਨਾ ਪਏਗਾ, ਕਿਉਂਕਿ ਠੰਡ ਬਹੁਤ ਜ਼ਿਆਦਾ ਹੈਗੀ ਆ, ਬੱਚੇ ਨਿੱਕੇ ਨਿੱਕੇ ਹੈਗੇ ਨੇ, ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਹੈਗਾ। ਸੋ ਅਜਿਹੇ ਵਿੱਚ ਚੀਜ਼ਾਂ ਨੂੰ ਠੀਕ ਵਕਤ ਤੇ ਠੀਕ ਕਰਨਾ ਜ਼ਰੂਰੀ ਹੈ। ਰਿਸ਼ਤਿਆਂ ਦੀ ਗੱਲ ਕਰਾਂਗੇ ਜੀ, ਜਾਂਦੇ ਜਾਂਦੇ ਅੰਮ੍ਰਿਤਸਰ ਦਾ ਮਾਮਲਾ ਸਾਹਮਣੇ ਆਇਆ, ਤੇ ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ, ਇਲਜ਼ਾਮ ਇਹ ਕਹਿ ਰਹੇ ਨੇ ਕਿ ਇੱਕ ਪੁੱਤ ਨੇ ਪਿਓ ਨੂੰ ਕਿਡਨੈਪ ਕਰ ਲਿਆ। ਹੁਣ ਕਿਉਂ ਕੀਤਾ ਕਿਡਨੈਪ? ਜ਼ਮੀਨ ਦਾ ਸਾਰਾ ਵਿਵਾਦ ਹੈਗਾ ਸੀ, ਦੂਜਾ ਪੁੱਤ ਰਜਿਸਟਰੀ ਕਰਾਉਣ ਗਿਆ ਹੋਇਆ ਸੀ, ਪਿਓ ਨਾਲ ਹੈਗਾ ਸੀ, ਉੱਥੇ ਝਗੜਨਾ ਸ਼ੁਰੂ ਕਰ ਦਿੱਤਾ। ਹਮਲੇ ਵਾਲੀ ਸਥਿਤੀ ਪਿਓ ਤੇ ਵੀ ਆ ਗਈ ਕਿ ਪੁੱਤ ਜਿਹੜਾ ਹੈ ਪਿਓ ਤੇ ਹਮਲਾ ਕੀਤਾ ਉਸਨੇ, ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕਿਡਨੈਪ ਕਰਕੇ ਲੈ ਗਿਆ। ਪੂਰੀ ਖਬਰ ਦੀ ਜਿਹੜੀ ਤਫਸੀਲ ਹੈਗੀ ਆ ਉਹ ਇਸ ਤਰ੍ਹਾਂ ਨਾਲ ਹੈਗੀ ਆ ਕਿ ਸ਼ਿਕਾਇਤ ਜਿਹੜੀ ਕੀਤੀ ਹੈਗੀ ਆ ਉਹ ਵੀ ਦੂਜੇ ਹੀ ਮੁੰਡੇ ਨੇ ਸ਼ਿਕਾਇਤ ਕੀਤੀ ਆ, ਜਿਹੜਾ ਦੂਜਾ ਮੁੰਡਾ ਹੈਗਾ ਉਸਨੇ ਸ਼ਿਕਾਇਤ ਕੀਤੀ ਹੈ, ਤੇ ਇਹ ਵੀ ਕਿਹਾ ਗਿਆ ਉਸ ਵੱਲੋਂ ਕਿ ਮੇਰਾ ਭਰਾ ਮੇਰੇ ਪਿਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈਗਾ। ਸੋ ਅਜਿਹੇ ਵਿੱਚ ਅਟਲਗੜ੍ਹ ਨਿਵਾਸੀ ਜਸਵੰਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ ਗੁਰਨਾਮ ਸਿੰਘ ਨੂੰ ਉਸਦਾ ਭਰਾ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਕਿਡਨੈਪ ਕਰਕੇ ਲੈ ਗਿਆ ਹੈ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਰਜਿਸਟਰੀ ਕਰਵਾਉਣ ਦੇ ਲਈ ਤਹਿਸੀਲ ਵਿੱਚ ਗਏ ਹੋਏ ਸੀਗੇ, ਤੇ ਜਿੱਥੇ ਉਸਦਾ ਭਰਾ ਰਣਜੀਤ ਸਿੰਘ, ਗਗਨਦੀਪ ਸਿੰਘ ਤੇ ਲਵਦੀਪ ਸਿੰਘ ਤੇ ਹੋਰ ਨਾਂ ਹੈਗੇ ਨੇ ਦਿਲਬਾਗ ਸਿੰਘ ਤੇ ਹੋਰ ਕਪਤਾਨ ਉੱਥੇ ਪਹੁੰਚ ਗਏ, ਤੇ ਆਉਂਦੇ ਹੀ ਪੁਲਿਸ ਦੇ ਸਾਹਮਣੇ ਆਰੋਪੀਆਂ ਨੇ ਉਸ ਦੇ ਨਾਲ ਜਿਹੜਾ ਹੈ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਤੇ ਦੋਵਾਂ ਭਰਾਵਾਂ ਨੂੰ ਝਗੜਦਿਆਂ ਦੇਖ ਜਦੋਂ ਪਿਤਾ ਨੇ ਗੁਰਨਾਮ ਸਿੰਘ ਨੇ ਵਿੱਚ ਆ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਰਣਜੀਤ ਸਿੰਘ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆਂ ਉਸ ਤੇ ਵੀ ਹਮਲਾ ਕਰ ਦਿੱਤਾ, ਉਹਨਾਂ ਤੇ ਵੀ ਹਮਲਾ ਕਰ ਦਿੱਤਾ, ਜਿਹਾ ਇਲਜ਼ਾਮ ਕਹਿੰਦੇ ਨੇ, ਜਿਸ ਦੇ ਬਾਅਦ ਉਹਨਾਂ ਨੇ ਗੁਰਨਾਮ ਸਿੰਘ ਨੂੰ ਚੱਕਿਆ ਤੇ ਲੈ ਕੇ ਚਲੇ ਗਏ। ਸੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਭਰਾਵਾਂ ਦੇ ਵਿੱਚ ਜ਼ਮੀਨੀ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਰਜਿਸਟਰੀ ਕਰਾਉਣ ਆਏ ਸੀ, ਕੰਮ ਜਿਹੜਾ ਕਰਨ ਨਹੀਂ ਦਿੱਤਾ ਹੈਗਾ, ਤੇ ਚੱਕ ਕੇ ਲੈ ਗਏ, ਪਿਓ ਨੂੰ ਚੱਕ ਕੇ ਲੈ ਗਏ। ਸੋ ਰਿਸ਼ਤਿਆਂ ਦੀ ਇਹ ਸਥਿਤੀ ਦੇਖ ਕੇ ਕੀ ਕਰੀਏ, ਤਰਸ ਕਰੀਏ, ਦੁੱਖ ਕਰੀਏ, ਗੁੱਸਾ ਆਉਂਦਾ ਹੈਗਾ, ਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਦੋਂ ਆਪਾਂ ਪਰਵਰਿਸ਼ ਕਰਦੇ ਆ, ਹਰ ਕੋਈ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਬੜੇ ਵਧੀਆ ਸੰਸਕਾਰ ਦਿੰਦੇ ਨੇ, ਹਰ ਕੋਈ ਇਹੀ ਕਹਿੰਦਾ ਹੈਗਾ ਕਿ ਮੇਰਾ ਬੱਚਾ ਜਿਹੜਾ ਹੈ ਇੱਕ ਚੰਗਾ ਇਨਸਾਨ ਬਣੇ। ਜਦੋਂ ਘਰ ਦੇ ਵਿੱਚ ਦੋ ਮੁੰਡੇ ਹੋ ਜਾਂਦੇ ਨੇ, ਤੇ ਮਤਲਬ ਪਹਿਲਾ ਮੁੰਡਾ ਹੁੰਦਾ ਤੇ ਦੂਜੀ ਕੁੜੀ ਨਹੀਂ ਹੁੰਦੀ, ਤੇ ਦੂਜਾ ਵੀ ਮੁੰਡਾ ਹੋ ਜਾਂਦਾ ਤੇ ਜ਼ਿਆਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਚਲੋ ਚੰਗਾ ਹੈ ਕੁੜੀ ਨਹੀਂ ਹੋਈ, ਭਾਰ ਜਿਹੜਾ ਹੈ ਉਹ ਘੱਟ ਹੈ। ਬਹੁਤ ਸਾਰੇ ਲੋਕਾਂ ਦੀ ਮੈਂਟੈਲਿਟੀ, ਸਭ ਦੀ ਨਹੀਂ ਲੇਕਿਨ ਬਹੁਤ ਸਾਰੇ ਲੋਕਾਂ ਦੀ ਮੈਂਟੈਲਿਟੀ ਜਿਹੜੀ ਆ ਉਹ ਇਹ ਕਹਿੰਦੀ ਹੈਗੀ ਆ। ਪਰ ਜਦੋਂ ਅਜਿਹਾ ਪੁੱਤ ਕਪੁੱਤ ਬਣ ਜਾਂਦਾ ਹੈ ਤਾਂ ਯਕੀਨ ਮੰਨੋ ਪਿਓ ਵੀ ਇਹੀ ਕਹਿੰਦਾ ਹੋਣਾ ਤੇ ਮਾਂ ਵੀ ਇਹੀ ਕਹਿੰਦੀ ਹੋਣੀ ਕਿ ਕਾਸ਼ ਧੀ ਹੁੰਦੀ। ਇੱਥੇ ਆਪਾਂ ਜੈਂਡਰ ਬਾਇਸਡ ਨਹੀਂ ਹੋ ਰਹੇ, ਧੀਆਂ ਵੀ ਇਦਾਂ ਦੀਆਂ ਹੁੰਦੀਆਂ ਹੈਗੀਆਂ, ਧੀਆਂ ਵੀ ਬਹੁਤ ਇਦਾਂ ਦੇ ਕੇਸਿਸ ਆਉਂਦੇ ਹੈਗੇ ਆ ਜਿਹੜੇ ਕਿ ਮਾਪਿਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੀਆਂ ਨੇ, ਕਿਤੇ ਪ੍ਰਾਪਰਟੀ ਲਈ, ਕਿਤੇ ਪੈਸੇ ਦੇ ਲਈ। ਇਹ ਜੈਂਡਰ ਬਾਇਸਡ ਨਹੀਂ ਹੋ ਸਕਦਾ ਹੈਗਾ, ਪਰ ਫਿਰ ਵੀ ਪੁੱਤਾਂ ਦੇ ਕੇਸਿਸ ਜਿਹੜੇ ਨੇ ਉਹ ਜ਼ਿਆਦਾ ਹੈਗੇ ਆ। ਮੈਂ ਆਪ ਧੀਆਂ ਤਾਂ ਕਰਕੇ ਨਹੀਂ ਕਹਿ ਰਹੀ, ਪਰ ਮੈਂ ਤੁਹਾਨੂੰ ਸੱਚ ਦੱਸ ਰਹੀ ਹੈਗੀ ਆ ਕਿ ਇੱਥੇ ਜਿਹੜਾ ਇਹ ਵਿਵਾਦ ਹੈਗਾ, ਜ਼ਮੀਨੀ ਵਿਵਾਦ ਹੈਗਾ, ਕਿਉਂ ਅੱਖਾਂ ਖੋਲ ਦਿੰਦੇ ਨੇ ਅਜਿਹੇ ਵਿਵਾਦ, ਕਿਉਂ ਅਸੀਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਸਾਡੀਆਂ ਅੱਖਾਂ, ਕਿਉਂਕਿ ਸਾਨੂੰ ਇਹ ਲੱਗਦਾ ਹੈਗਾ ਕਿ ਆਉਣ ਵਾਲਾ ਵਕਤ ਜਿਹੜਾ ਹੈ ਸ਼ਾਇਦ ਇਸ ਤੋਂ ਵੀ ਜ਼ਿਆਦਾ ਬੱਤਰ ਹੋਏਗਾ ਜੇ ਅਜੇ ਵੀ ਰਿਸ਼ਤੇ ਨਾ ਸਾਂਭੇ। ਹਾਂਜੀ, ਤੇ ਫਿਰ ਅੱਜ ਦੀਆਂ ਖਬਰਾਂ ਇਹੀ ਰਹੀਆਂ
ਖਾਸ-ਖਾਸ ਖਬਰਾਂ ਜਿਹੜੀਆਂ ਤੁਹਾਨੂੰ ਦੱਸ ਦਿੱਤੀਆਂ ਤੇ ਖਬਰਾਂ ਦੱਸਦਿਆਂ ਕੁਝ ਕੁ ਗੱਲਾਂ ਜਿਹੜੀਆਂ ਆਪਣੇ ਵਿੱਚ ਹੋਈਆਂ ਹੈਗੀਆਂ, ਅਸੀਂ ਰਿਸ਼ਤਿਆਂ ਦੀ ਗੱਲ ਵੀ ਕਰਦੇ ਹੈਗੇ ਆ, ਅਸੀਂ 84 ਦੀ ਗੱਲ ਵੀ ਥੋੜੀ ਬਹੁਤ ਟੱਚ ਕੀਤੀ ਹੈਗੀ ਆ। ਅਸੀਂ ਜਿਸ ਤੇ ਤੁਹਾਨੂੰ ਲੱਗੇਗਾ ਕਿ ਕੁਝ ਸਪੈਸ਼ਲ ਪ੍ਰੋਗਰਾਮ ਵੀ ਕਰਨਾ ਚਾਹੀਦਾ, ਉਹ ਵੀ ਤੁਸੀਂ ਜ਼ਰੂਰ ਦੱਸਿਆ ਕਰੋ, ਕਿਉਂਕਿ ਬੈਨੀਵਾਲ ਸਾਹਿਬ ਵੀ ਹਮੇਸ਼ਾ ਇਹ ਨਜ਼ਰ ਰੱਖਦੇ ਆ ਕਿ ਦਰਸ਼ਕ ਜਿਹੜੇ ਨੇ ਉਹ ਕੀ ਮੰਗ ਰਹੇ ਹੈਗੇ ਆ। ਦਰਸ਼ਕਾਂ ਦੀ ਨੀਡ, ਦਰਸ਼ਕਾਂ ਦੀ ਮੁਰਾਦ, ਦਰਸ਼ਕਾਂ ਦੀ ਗੁਜ਼ਾਰਿਸ਼, ਦਰਸ਼ਕਾਂ ਦਾ ਹੁਕਮ, ਦਰਸ਼ਕਾਂ ਦੀ ਸ਼ਿਕਾਇਤ, ਦਰਸ਼ਕਾਂ ਦਾ ਹੌਸਲਾ, ਸਭ ਕੁਝ ਜਿਹੜਾ ਹੈ ਉਹ ਦਰਸ਼ਕਾਂ ਦਾ ਹੀ ਕਹਿੰਦੇ ਆ ਪ੍ਰਾਇਓਰਟਾਈਜ਼ ਕਰਦੇ ਹੈਗੇ ਆ, ਹੈ ਨਾ, ਉਹਨੂੰ ਨੰਬਰ 1 ਤੇ ਰੱਖਦੇ ਹੈਗੇ ਆ। ਸੋ ਨੰਬਰ 1 ਤੇ ਹਮੇਸ਼ਾ ਤੁਸੀਂ ਹੈਗੇ ਹੋ। ਕੈਮਰਾ ਮੇਰੇ ਸਾਹਮਣੇ, ਗੱਲ ਮੈਂ ਕਰ ਰਹੀ ਹੈਗੀ ਆ, ਪਰ ਧਿਆਨ ਜਿਹੜਾ ਹੈ ਉਹ ਤੁਹਾਡੇ ਵੱਲ ਹੀ ਹੈ ਕਿ ਤੁਸੀਂ ਸੁਣ ਰਹੇ ਹੋ, ਤੁਹਾਡੇ ਹਿਸਾਬ ਨਾਲ ਸਾਰਾ ਕੁਝ ਹੋਣਾ ਚਾਹੀਦਾ। ਖਬਰ ਕੜਕ ਹੁੰਦੀ ਆ ਕਦੀ-ਕਦੀ, ਖਬਰ ਕੌੜੀ ਹੁੰਦੀ ਆ ਕਦੀ-ਕਦੀ, ਪਰ ਦੱਸਦੇ ਉਸੇ ਤਰ੍ਹਾਂ ਆ। ਉਸ ਦੇ ਵਿੱਚ ਫਿਲਟਰ ਜਿਹੜਾ ਹੈ ਕੋਈ ਨਹੀਂ ਲਗਾਉਂਦੇ। ਹਾਂ, ਕਿਸੇ ਖਬਰ 'ਚ ਕੋਈ ਗਾਲਾਂ-ਗੂਲਾਂ ਹੁੰਦੀਆਂ ਆ ਤੇ ਉਹ ਅਸੀਂ ਨਹੀਂ ਬੋਲਦੇ ਹੈਗੇ, ਕਿਉਂਕਿ ਕੁਝ ਬੱਚੇ ਵੀ ਇਹ ਪ੍ਰੋਗਰਾਮ ਦੇਖਦੇ। ਬੱਚੇ ਕੀ, ਮਤਲਬ ਗਾਲਾਂ ਹੋਣੀਆਂ ਨਹੀਂ ਚਾਹੀਦੀਆਂ ਨਾ, ਬੱਚੇ ਕੀ ਤੇ ਵੱਡੇ ਕੀ, ਅਸੀਂ ਤੇ ਸੈਂਸਰ ਥੋੜੀ ਆ, ਪਰ ਅਸੀਂ ਸਮਝਦਾਰ ਆ। ਸੋ ਜੇ ਸਮਝਦਾਰ ਹੋਈਏ ਤੇ ਫਿਰ ਸੈਂਸਰ ਦੀ ਇੱਥੇ ਲੋੜ ਜਿਹੜੀ ਆ ਉਹ ਹੁੰਦੀ ਹੀ ਨਹੀਂ ਹੈਗੀ। ਸੋ ਤੁਹਾਡੇ ਸਾਹਮਣੇ ਇਹ ਖਬਰਾਂ ਦਾ ਸਿਲਸਿਲਾ ਜਿਹੜਾ ਹੈ ਮੇਰੇ ਵੱਲੋਂ ਅਗਲੇ ਕੁਝ ਦਿਨ ਜਾਰੀ ਰਹੇਗਾ। ਫਿਰ ਬੈਨੀਪਾਲ ਸਾਹਿਬ ਆ ਕੇ ਆਪਣੇ ਸਟੂਡੀਓ ਦੇ ਅੰਦਰ ਕੁਰਸੀ ਜਿਹੜੀ ਆ ਉਹ ਸੰਭਾਲ ਲੈਣਗੇ, ਤੇ ਜਦੋਂ ਕੁਰਸੀ ਸੰਭਾਲ ਲੈਣਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਉਹਨਾਂ ਦਾ ਤਰੀਕਾ, ਉਹਨਾਂ ਦਾ ਨਜ਼ਰੀਆ, ਉਹਨਾਂ ਦੀ ਇਮਾਨਦਾਰੀ ਅਸੀਂ ਸਾਰੇ ਜਾਣਦੇ ਹੈਗੇ ਆ। ਸੋ ਜੇ ਵਿੱਚ ਮੇਰਾ ਕੰਮ ਜਿਹੜਾ ਹੈ ਕੁਝ ਦਿਨਾਂ ਦਾ ਹੋਰ ਹੈ, ਹਜੇ ਹੈ, ਪਰ ਇਹ ਜ਼ਰੂਰ ਕਵਾਂਗੀ ਕਿ ਇਮਾਨਦਾਰੀ ਨਾਲ ਨਿਭਾਵਾਂਗੇ। ਈਮਾਨ ਨੂੰ ਡਗਮਗਾਉਣ ਨਹੀਂ ਦੇਣਾ, ਬਾਕੀ ਸਭ ਠੀਕ ਹੈ। ਖਬਰ ਇੱਕ ਅੱਧੀ ਘੱਟ ਚੱਲੂਗੀ, ਵੈਸੇ ਤਾਂ ਉਹ ਵੀ ਨਹੀਂ ਚੱਲੂਗੀ, ਪਰ ਫਿਰ ਵੀ ਜੇ ਕਦੀ ਘੱਟ ਹੋਈ ਤੇ ਘੱਟ ਚੱਲੂਗੀ ਵਕਤ ਦੇ ਅਕੋਰਡਿੰਗ, ਪਰ ਈਮਾਨ ਜਿਹੜਾ ਹੈ ਉਹ ਬਿਲਕੁਲ ਸੇਫ ਰਹੇਗਾ। ਇੱਕ ਪਾਸੜ ਖਬਰ ਇੱਥੇ ਦਿਖਾਈ ਨਹੀਂ ਜਾਂਦੀ ਹੈਗੀ। ਨਿਊਟਰਲ ਰਵਾਂਗੇ, ਇੱਕ ਪਾਸੜ ਨਹੀਂ ਹੋਵਾਂਗੇ, ਇਮਾਨਦਾਰੀ ਨਾਲ ਖਬਰਾਂ ਦਿਖਾਵਾਂਗੇ ਤੇ ਇਸ ਤੇ ਐਨਾਲਿਸਿਸ ਕਰਾਂਗੇ। ਇਹ ਸਾਡਾ ਵਾਅਦਾ ਹੈਗਾ। ਤੁਸੀਂ ਆਪਣਾ ਬਹੁਤ ਬਹੁਤ ਧਿਆਨ ਰੱਖਣਾ ਹੈਗਾ। ਕੱਲ ਨੂੰ ਮੈਂ ਫੇਰ ਆਉਣਾ। ਸਤਿ ਸ਼੍ਰੀ ਅਕਾਲ।